बंद पे स्टॉपेज, बंद पे स्टॉपेज। जोड़ा साहब मेरी आवाज सुनते हो तो इधर आ जाओ जी, बड़ी मेहरबानी होगी। कोरोना ਜਿਹੜੀਆਂ ਵੀ ਸੰਸਥਾਵਾਂ ਨੇ ਜੋ ਵੀ ਜਿੰਨਾਂ ਦੇ ਵੀ ਲੱਗੀ ਹੋਈ ਹੈ ਉਹ ਧਰਮਾਂ ਦੇ ਨਾਲ ਮੰਡੀ ਦੇ ਵਿੱਚ ਪਹਿਲਾਂ ਜੋ ਟ੍ਰੇਨਾਂ ਰੁਕੀਆਂ ਹੁੰਦੀਆਂ ਸੀ ਉਹ ਕਾਫੀ ਲੰਬੇ ਸਮੇਂ ਤੋਂ ਬੰਦ ਹੋਈਆਂ ਪਈਆਂ ਤੇ ਰਹੀਆਂ ਉਹਦੇ ਵਿੱਚ ਟ੍ਰੇਨਾਂ ਨੂੰ ਰੋਕਣ ਦੇ ਲਈ ਆਪਾਂ ਸਾਰੇ ਇਕੱਤਰ ਹੋਏ ਆ। ਇਹ ਅੰਦੋਲਨ ਨੂੰ ਸਫਲ ਬਣਾਉਣਾ बंद हो गए बहाल कराना है। बहाल करा के आप जो अपने एरिया की समस्या है वो आप हल करना है। ये हल्के दे 34 पिंड 1.5 लाख की आबादी जो भी है ये सहूलतां तो वांझी है। मेरा नाम हुशियार सिंह पिंड चकपति सिंह वाला BK जी उगराहा ब्लाक नथान के प्रधान। अज जो ये प्रोग्राम शहर वासियों के सहयोग नाल जो इत्थे अपनियां ट्रेनां है जदों दा करोना चलिया 1.5-2 साल हो गए उनका जिहड़े स्टाफ सीगे गड्डियां दा स्टाफ सी वो नहीं सी रोकदे गड्डियां इत्थे उहदा करके जो अज प्रोग्राम है इन्हां शहर वासियों ने लीकिया उहदी असीं हमायत दे विच आए क्योंकि यह कल्ला शहर वासियों का प्रोग्राम नहीं सारे इलाके नूं इहदी समस्या है। ये एक कल्ली भुच्चो मंडी दे जिन्ने भी लोग है उन्होंने नहीं ये एरिए के सारिਆਂ ਨੂੰ ਸਾਨੂੰ समस्या इस करके ਅਸੀਂ ਇਹ ਗੱਡੀਆਂ ਦਾ ਜਿਹੜਾ ਸਟਾਪ ਹੈ ਇੱਥੇ ਠਹਿਰਾਓ ਕਰਾਉਣ ਦੇ ਲਈ ਜਿਹੜਾ ਅੱਜ ਇਹ ਧਰਨਾ ਦੇ ਰਹੇ ਹਾਂ। मैं जी लखवीर सिंह काका सिटी प्रधान भुच्चो मंडी आम आदमी पार्टी। ये जिहड़ा संघर्ष है साडा एक एक्शन कमेटी कन्नों तैयार किया गया। असी जो जी रेलवे ते ट्रेनां ना रोकण के संबंधी इत्थे धरना दिता गया कि साझे तौर पर पिंडां दे किसान जथेबंदियां और अलग अलग पार्टी ने सारी एक साझा प्रोग्राम लिखा गया। उहदे विच असी साडी जो समुची टीम है साडे वर्कर है वो भी इहदे विच शामिल होए आ। मैं इत्थे सारिਆਂ ਦੇ पहुंचण दा सारिਆਂ ਦਾ स्वागत करदा कि ਜਿਹੜੀਆਂ ਇੱਥੇ ਰੇਲਾਂ नहीं सी रोकदियां करोना वेले दियां तां कि हुण उदों ਦੀਆਂ ਇੱਥੇ ਰੁਕ ही नहीं रहीਆਂ क्योंकि ਜਦੋਂ ਇੱਥੇ ਬਠਿੰਡੇ रुकदी है ਜਾਂ ਇੱਥੇ ਜਾ ਕੇ ਰਾਮਪੁਰੇ रुकदी ਆ ਆਉਣ ਵਾਲੀਆਂ ਜਾਂ ਇਹਨਾਂ ਨੇ ਜਿਹਨਾਂ ਕਿਸੇ ਨੂੰ ਵੀ ਬਹੁਤ ਸਮੱਸਿਆ ਆਉਂਦੀ ਆ ਜੇ ਕਿਸੇ ਨੇ ਭੁੱਚੋ ਮੰਡੀ ਉਤਰਨਾ ਉਹਨੂੰ ਰਾਮਪੁਰੇ ਉਤਰਨਾ ਪੈਂਦਾ ਜਾਂ ਬਠਿੰਡੇ ਉਤਰਨਾ ਪੈਂਦਾ ਫਿਰ ਵਾਪਸ ਇੱਧਰ ਆਉਣਾ ਪੈਂਦਾ। तो सारे मैं इत्थे सेंटर टीम दे अपील करदा कि वो इत्थे धरना दा जिहड़े अपने रेलों का स्टॉप है वो जल्दी तो जल्दी हल करवाया जाए जी। धन्यवाद। मैं प्रियंका राणी भुच्चो मंडी प्रधान आम आदमी पार्टी दी।
ਮਹਿਲਾ ਵਿੰਗ ਦੀ ਪ੍ਰਿੰਕਾ ਰਾਣੀ ਪੁੱਚੋ ਮੰਡੀ ਤੋਂ ਬਿਲੋਂਗ ਕਰਦੀ ਹਾਂ। ਤੇ ਇਹ ਜਿਹੜਾ ਧਰਨਾ ਲਾਇਆ ਹੋਇਆ ਰੇਲ ਰੋਕੋ ਦੇ ਸੰਬੰਧ ਵਿੱਚ ਲਾਇਆ ਹੋਇਆ ਵੀ ਤਾਂ ਕਿ ਜਿਹੜੇ ਲੋਕ ਇੱਥੇ ਪਰੇਸ਼ਾਨ ਹੋ ਰਹੇ ਪੁੱਚੋ ਮੰਡੀ ਦੇ ਜਾਂ ਨੇੜਲੇ ਪਿੰਡ ਦੇ ਉਹਨਾਂ ਸਾਰੇ ਲੋਕਾਂ ਨੂੰ ਸੌਖਾ ਕੀਤਾ ਜਾਵੇ। ਪਹਿਲਾਂ ਵੀ ਇੱਥੇ ਰੇਲਾਂ ਰੁਕਦੀਆਂ ਸੀ ਬਟ ਹੁਣ ਪਤਾ ਨਹੀਂ ਕਿਉਂ ਨਹੀਂ ਰੋਕ ਰਹੇ ਇਹ, ਉਹਦੇ ਕਰਕੇ ਅਸੀਂ ਐਪਲੀਕੇਸ਼ਨਾਂ ਵੀ ਬਹੁਤ ਦਿੱਤੀਆਂ ਨੇ ਪ੍ਰਸ਼ਾਸਨ ਨੂੰ ਜਾਂ ਹੋਰ ਹੈ ਹਨਾ ਤੇ ਬਟ ਲੇਕਿਨ ਨਹੀਂ ਰੋਕਿਆ ਇਹਨਾਂ ਨੇ, ਉਸ ਕਰਕੇ ਅਸੀਂ ਇਹ ਧਰਨਾ ਲਾਇਆ ਹੋਇਆ ਹੈਗਾ। ਜਿਹੜੀਆਂ ਗੱਡੀਆਂ ਸਾਡੀਆਂ ਕਰੋਨਾ ਤੋਂ ਪਹਿਲਾਂ ਖੜ੍ਹਦੀਆਂ ਸੀ ਉਹ ਬੰਦ ਕੀਤੀਆਂ ਗਈਆਂ। ਹੁਣ ਉਹ ਗੱਡੀਆਂ ਅਸੀਂ ਬਹਾਲ ਕਰਾਉਣ ਵਾਸਤੇ ਜਾਇਜ਼ ਮੰਗ ਦੇ ਵਿੱਚ ਸਾਰੀ ਮੰਡੀ ਦੀਆਂ ਸੰਸਥਾਵਾਂ ਅਤੇ ਆਸੇ-ਪਾਸੇ ਦੇ ਪਿੰਡਾਂ ਦੇ ਵਸਨੀਕ ਜਿਨ੍ਹਾਂ ਨੂੰ ਕਿ ਰੇਲ ਗੱਡੀਆਂ ਨਾ ਰੁਕਣ ਕਾਰਨ ਬਹੁਤ ਦਿੱਕਤਾਂ ਆਉਂਦੀਆਂ, ਉਸ ਕਾਰਨ ਅਸੀਂ ਸਟੇਸ਼ਨ ਦੇ ਉੱਤੇ ਸਾਰੀਆਂ ਕਿਸਾਨ ਜਥੇਬੰਦੀਆਂ ਤੇ ਵਪਾਰੀ ਲੇਬਰ ਵਾਲੇ ਤੇ ਹਰ ਵਰਗ ਇਸ ਉੱਤੇ ਬੈਠੇ ਨੇ ਤਾਂ ਕਿ ਗੱਡੀਆਂ ਜੋ ਜਾਇਜ਼ ਮੰਗ ਹੈ ਰੁਕੀਆਂ ਜਾਣ। ਪੁੱਛੋ ਮੰਡੀ ਦੇ ਸਾਰੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਹੈ, ਇਹ ਬੇਨਤੀ ਕਿਸਾਨ ਯੂਨੀਅਨ ਤੇ ਪੁੱਛੋ ਮੰਡੀ ਦੀਆਂ ਜਿੰਨੀਆਂ ਵੀ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵੱਲੋਂ ਇੱਕ ਸਾਂਝੀ ਐਕਸ਼ਨ ਕਮੇਟੀ ਬਣਾਈ ਹੋਈ ਹੈ। ਉਸ ਕਮੇਟੀ ਵੱਲੋਂ ਬੇਨਤੀ ਹੈ ਕਿ ਬਾਈ ਜੀ ਅੱਜ ਦਾ ਦਿਨ ਆਪੋ ਆਪਣੇ ਕਾਰੋਬਾਰ ਬੰਦ ਕਰਕੇ ਆਪਾਂ ਹੁਣੇ ਜਿਹੜਾ ਰੇਲਵੇ ਸਟੇਸ਼ਨ ਤੇ ਧਰਨਾ ਲੱਗਿਆ ਹੋਇਆ ਹੈ ਉਸ ਧਰਨੇ ਦੇ ਵਿੱਚ ਸ਼ਾਮਲ ਹੋਣਾ ਹੈ। ਉਹ ਧਰਨਾ ਆਪਾਂ ਸਾਂਝੇ ਤੌਰ ਤੇ ਲਾਇਆ ਹੋਇਆ, ਰੇਲਵੇ ਟ੍ਰੇਨਾਂ ਦੀ ਸਟੋਪੇਜ ਦੇ ਲਈ ਲਾਇਆ ਹੋਇਆ। ਤਾਂ ਬਾਈ ਜੀ ਆਪਾਂ ਸਾਂਝੇ ਕੰਮ ਕਰਨ ਦੇ ਲਈ ਇਹ ਧਰਨਾ ਲਾਇਆ ਹੋਇਆ। ਤਾਂ ਇਹ ਨਾ ਹੋਵੇ ਕਿ ਆਪਾਂ ਆਪੋ ਆਪਣੇ ਕਾਰੋਬਾਰ ਖੋਲ੍ਹ ਕੇ ਬੈਠੇ ਰਹੀਏ ਤੇ ਧਰਨਾ ਆਪਣਾ ਫਲੋਪ ਹੋ ਜੇ। ਕਿਸਾਨ ਯੂਨੀਅਨ ਤੇ ਪਿੰਡਾਂ ਦੇ ਵਿੱਚੋਂ ਲੋਕ ਵੀ ਆਉਣੇ ਸ਼ੁਰੂ ਹੋ ਗਏ। ਤਾਂ ਬਾਈ ਜੀ ਇਹ ਸਾਂਝਾ ਕੰਮ ਹੈ, ਕੋਈ ਇਕੱਲੇ ਪਿੰਡਾਂ ਦਾ ਨਹੀਂ, ਕੋਈ ਇਕੱਲੇ ਇੱਕ ਬੰਦੇ ਦਾ ਕੰਮ ਨਹੀਂ ਹੈਗਾ। ਆਪਾਂ ਨੂੰ ਟ੍ਰੇਨਾਂ ਦੇ ਵਿੱਚ ਸਾਰਿਆਂ ਨੂੰ ਸਫ਼ਰ ਕਰਨਾ ਪੈਂਦਾ ਹੈਗਾ। ਤਾਂ ਟ੍ਰੇਨਾਂ ਨਹੀਂ ਰੋਕੀਆਂ ਜਾ ਰਹੀਆਂ ਪੁੱਛੋ ਮੰਡੀ ਦੇ ਵਿੱਚ। ਤਾਂ ਬਾਈ ਜੀ ਅੱਜ ਦਾ ਟ੍ਰੇਨਾਂ ਦਾ ਮਸਲਾ ਸਾਨੂੰ ਆਪਾਂ ਰਲ ਮਿਲ ਕੇ ਹੋਰ ਵੀ ਮਸਲੇ ਹੱਲ ਕਰਨੇ ਆ। ਜਿਹੜਾ ਆਪਾਂ ਨੂੰ ਟੋਲ ਪਲਾਜ਼ਾ ਪੈਂਦਾ ਹੈਗਾ ਪੁੱਛੋ ਮੰਡੀ ਵਾਸੀਆਂ ਨੂੰ ਟੋਲ ਪੇ ਕਰਨਾ ਪੈਂਦਾ ਹੈ, ਉਹਦੇ ਲਈ ਵੀ ਆਪਾਂ ਫ੍ਰੀ ਕਰਦੇ ਵੀ ਆਵਾਜ਼ ਪਾਉਣੀ ਹੈਗੀ ਹੈ। ਤਾਂ ਪੁੱਛੋ ਮੰਡੀ ਦੀ ਜਿਹੜੀ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ, ਹਰੇਕ ਆ ਕੇ ਕਹਿੰਦਾ ਮੇਰੀ ਗੱਲ ਸੁਣ ਲੈ। ਕਿਸੇ ਦੀ ਭਰਾਵੋ ਸੁਣਨੀ ਨਹੀਂ, ਬਹਿ ਜਾਓ, ਜਿਹੜੀ ਤੁਹਾਡੀ ਕਮੇਟੀ ਬਣਾਈ ਆ ਉਹ ਗੱਲ ਸੁਣੇ, ਆਪਾਂ ਨਾਅਰੇ ਵਗੈਰਾ ਲਵਾਵਾਂਗੇ। ਉਸ ਤੋਂ ਬਾਅਦ ਸਟੇਜ ਚੱਲਣੀ ਹੈਗੀ, ਬੁਲਾਰੇ ਬੋਲਣਗੇ, ਰੌਲਾ ਕੀ ਹੈ, ਕਿਉਂ ਲਈ ਤੇ ਬਹਿ ਗਏ, ਟ੍ਰੇਨਾਂ ਰੋਜ਼ ਚੱਲਦੀਆਂ 'ਚ ਰੋਕਣੀ ਕਿਉਂ ਪੈ ਗਈ, ਕਿੰਨੇ ਦਿਨ ਹੋ ਗਏ ਲਿਖ ਕੇ ਦਿੱਤੇ ਨੂੰ, ਕਿੰਨੇ ਦਿਨਾਂ ਦੇ ਲੋਕ ਹਾੜੇ ਕੱਢੀ ਜਾਂਦੇ ਨੇ, ਕਰੋਨਾ ਤੋਂ ਬਾਅਦ ਇੱਥੇ ਰੁਕਣੋਂ ਹਟ ਕਿਉਂ ਗਈ, ਕੀ ਗੱਲ ਹੋ ਗਈ, ਹੋਰ ਸਟੇਸ਼ਨਾਂ ਤੇ ਰੁਕਦੀਆਂ, ਇੱਥੋਂ ਦੇ ਲੋਕ ਨਹੀਂ ਚੜ੍ਹਦੇ। ਇਹ ਸਾਰੀਆਂ ਗੱਲਾਂ ਇੱਥੋਂ ਸਟੇਜ ਤੋਂ ਹੋਣੀਆਂ। ਇਸ ਕਰਕੇ ਭਰਾਵੋ ਬੈਠਣ ਦੀ ਖੇਚਲਾ ਕਰੋ, ਇੱਕ ਦੂਜੇ ਦੇ ਮੂਹਰੇ ਨਹੀਂ ਹੋਣਾ। ਬਹੁਤ ਕੁਛ ਆਉਂਦਾ ਹੁੰਦਾ, ਐਸਡੀਐਮ ਆ ਗਿਆ, ਰੇਂਜ ਦਾ ਇੱਥੋਂ ਦਾ ਕੋਈ ਅਫਸਰ ਆ ਗਿਆ, ਕੋਈ ਡਿਪਟੀ ਆ ਗਿਆ, ਕੋਈ ਐਸਪੀ ਆ ਗਿਆ, ਐਸਐਸਪੀ ਆ ਗਿਆ, ਡੀਸੀ ਆ ਗਿਆ, ਬਥੇਰਾ ਕੁਛ ਆਉਂਦਾ ਹੁੰਦਾ। ਕਿਉਂਕਿ ਜ਼ਿੰਮੇਵਾਰੀ ਲੈਣ ਕੋਈ ਜ਼ਿੰਮੇਵਾਰੀ ਅਧਿਕਾਰੀ ਹੈਗਾ, ਪਰ ਪਰਚੇ ਕਰਨ ਨੂੰ ਸਾਰੇ ਤਿਆਰ ਹੋਣਗੇ, ਜ਼ਿੰਮੇਵਾਰੀ ਕੋਈ ਲੈਣ ਨੂੰ ਤਿਆਰ ਨਹੀਂ ਹੁੰਦਾ। ਇਸ ਕਰਕੇ ਭਰਾਵੋ ਬੈਠਣ ਦੀ ਖੇਚਲਾ ਕਰੋ, ਇੱਥੋਂ ਗੱਲਾਂ ਚੱਲਣਗੀਆਂ, ਤੁਸੀਂ ਸੁਣਨੀਆਂ। ਕਿਉਂਕਿ ਕਈ ਵਾਰੀ ਨਵੇਂ ਬੰਦੇ ਆਏ ਹੁੰਦੇ ਨੇ, ਨਵਿਆਂ ਨੂੰ ਹਿਸਾਬ ਨਹੀਂ ਹੁੰਦਾ ਇਹਨਾਂ ਗੱਲਾਂ ਦਾ, ਦੂਜੇ ਦੇ ਮੂਹਰੇ ਹੋ ਜਾਂਦਾ, ਮਗਰ ਹੋ ਜਾਂਦਾ। ਬੈਠਣ ਦੀ ਜਿਹੜਾ ਤੁਹਾਡਾ ਬੈਠਣ ਦਾ ਦਿਨ ਇਰਾਦਾ ਹੈ ਇਸ ਤੋਂ ਸਰਕਾਰ ਨੇ ਹੱਲਣਾ ਹੈ। ਇਸ ਕਰਕੇ ਹੁਣ ਨਾਅਰੇ ਵਗੈਰਾ ਲਵਾ ਕੇ ਆਪਦਾ ਜਿਹੜਾ ਇੱਥੋਂ ਦਾ ਕੋਈ ਸੈਕਟਰੀ ਹੈ ਉਹ ਬੁਲਾਰੇ ਬੁਲਾਵੇ, ਉਵੇਂ ਜੇਕਰ ਬੈਠੇ ਸੁਣਨ, ਜੇ ਕੋਈ ਚਾਹ ਪਾਣੀ ਬੈਠਾ ਨੂੰ ਪਿਆ ਦੇਣ। ਇਸ ਕਰਕੇ ਸਾਰੀਆਂ ਇੰਨੀਆਂ ਕੁ ਬੇਨਤੀਆਂ ਨੂੰ ਪ੍ਰਵਾਨ ਕਰੋ, ਬੈਠਣ ਦੀ ਖੇਚਲਾ ਕਰੋ। ਆਓ ਜੀ। ਲੋਕ ਏਕਤਾ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ, ਲੋਕਾਂ ਦਾ ਏਕਾ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ, ਸੈਂਟਰ ਸਰਕਾਰ ਮੁਰਦਾਬਾਦ, ਮੁਰਦਾਬਾਦ ਮੁਰਦਾਬਾਦ, ਸੈਂਟਰ ਸਰਕਾਰ ਮੁਰਦਾਬਾਦ, ਮੁਰਦਾਬਾਦ ਮੁਰਦਾਬਾਦ, ਰੇਲਵੇ ਦੇ ਅਧਿਕਾਰੀ ਮੁਰਦਾਬਾਦ, ਮੁਰਦਾਬਾਦ ਮੁਰਦਾਬਾਦ, ਰੇਲਵੇ ਦੇ ਅਧਿਕਾਰੀ ਮੁਰਦਾਬਾਦ, ਮੁਰਦਾਬਾਦ ਮੁਰਦਾਬਾਦ, ਲੋਕ ਏਕਤਾ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ, ਲੋਕ ਏਕਤਾ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਸੋ ਸਾਰੇ ਸ਼ਹਿਰ ਵਾਸੀਆਂ ਨੂੰ, ਜਿੰਨੇ ਵੀ ਭਰਾਤਰੀ ਜਥੇਬੰਦੀਆਂ ਦੇ ਇੱਥੇ ਪਹੁੰਚੇ ਆ, ਸਾਰਿਆਂ ਨੂੰ ਬੇਨਤੀ ਕਰਦੇ ਆ
ਵੀ ਆਪਾਂ ਜੋ ਇਹ ਪ੍ਰੋਗਰਾਮ ਹੈ ਜਾਬਤੇ 'ਚ ਰਹਿ ਕੇ, ਕਿਉਂਕਿ ਹਮੇਸ਼ਾ ਜਦੋਂ ਫੌਜਾਂ ਲੜਦੀਆਂ, ਜਿਹੜੀ ਫੌਜ ਦੇ ਵਿੱਚ ਜਾਬਤਾ ਹੁੰਦਾ ਹਮੇਸ਼ਾ, ਉਹ ਭਾਵੇਂ ਕਿੰਨੀ ਮਾੜੀ ਹੋਵੇ ਫੌਜ, ਪਰ ਜਿਹੜੀ ਜਾਬਤੇ 'ਚ ਰਹਿੰਦੀ ਹੈ ਫੌਜ ਉਹੀ ਜਿੱਤਦੀ ਹੁੰਦੀ ਹੈ। ਆਪਾਂ ਜੋ ਲੜਾਈ ਹੈ ਇਹ ਲੰਮੀ ਲੜਾਈ ਹੈ, ਕੋਈ ਐ ਨਹੀਂ ਵੀ ਛੋਟੀ ਲੜਾਈ ਹੈ। ਸੋ ਆਪਾਂ ਇਹ ਲੜਾਈ ਹੈ ਜਿਹੜੀ ਜਾਬਤੇ 'ਚ ਰਹਿ ਕੇ ਲੜਨੀ ਹੈ। ਕੋਈ ਇੱਕ ਦੂਜੇ ਨਾਲ ਮੂਹਰੇ ਨਾ ਹੋਵੇ, ਜਿਵੇਂ ਸਾਡੇ ਪ੍ਰਧਾਨ ਜੀ ਦੱਸ ਕੇ ਗਏ ਵੀ ਹੁੱਲੜਬਾਜੀ ਜੇ ਆਪਾਂ ਕਰਾਂਗੇ ਆਪਣਾ ਜਿਹੜਾ ਸੰਘਰਸ਼ ਹੈ ਜਿਹੜਾ ਇਹ ਆਪਣਾ ਫੇਲ ਹੋਣਾ ਹੈ। ਕਿਉਂਕਿ ਜਿਹੜੇ ਪ੍ਰਸ਼ਾਸਨ ਹੈ ਜਾਂ ਇੱਥੋਂ ਦੀਆਂ ਸਰਕਾਰਾਂ ਹੈ ਇਹ ਬਹੁਤ ਕੁਛ ਚਾਲਾਂ ਚੱਲਦੀਆਂ ਹੁੰਦੀਆਂ, ਵਿੱਚ ਆਪਦੇ ਬੰਦੇ ਛੱਡ ਕੇ ਇਸ ਘੋਲ ਨੂੰ ਜਿਹੜੇ ਆ ਉਹ ਗਲਤ ਰਾਹ 'ਤੇ ਪਾਉਣ ਦੀ ਕੋਸ਼ਿਸ਼ ਕਰਨਗੀਆਂ। ਕਿਉਂਕਿ ਆਪਣੀ ਜੋ ਇੱਥੋਂ ਕਮੇਟੀ ਬਣੀ ਹੈ ਸ਼ਹਿਰ ਵਾਸੀਆਂ ਦੀ, ਕੋਈ ਵੀ ਅਧਿਕਾਰੀ ਆਉਂਦਾ ਜਾਂ ਕੋਈ ਵੀ ਕਿਸੇ ਨਾਲ ਗੱਲਬਾਤ ਕਰਨੀ ਹੈ ਉਹੀ ਕਮੇਟੀ ਗੱਲਬਾਤ ਕਰੇ। ਆਪ ਮੁਹਾਰੇ ਨਾਲ ਆਪਾਂ ਉੱਥੇ ਜਾਓ, ਜੇ ਕਿਸੇ ਨੇ ਸੱਦ ਲਏ ਗੱਲਬਾਤ ਕਰਨ ਲਈ ਉਹ ਕਮੇਟੀ ਗੱਲਬਾਤ ਕਰੇ। ਕਮੇਟੀ ਜਿਹੜੀ ਵੀ ਕੋਈ ਗੱਲਬਾਤ ਕਰਕੇ ਆਊਗੀ ਉਹ ਸਾਰਿਆਂ ਨੂੰ ਇੱਥੋਂ ਤੁਹਾਨੂੰ ਦੱਸੀ ਜਾਊ ਵੀ ਕਮੇਟੀ ਨੇ ਆਹ ਗੱਲਬਾਤ ਕੀਤੀ ਹੈ। ਜੋ ਫੈਸਲਾ ਕਰਾਉਣਾ ਤਾਂ ਉਹ ਲੋਕਾਂ ਤੋਂ ਕਰਾਉਣਾ, ਥੱਲੇ ਜਿਹੜੀ ਜਨਤਾ ਬੈਠੀ ਹੈ ਫੈਸਲਾ ਉਹਨਾਂ ਨੇ ਕਰਨਾ ਹੈ, ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕਰਨੀ ਹੈ। ਹੁਣ ਆਪਾਂ ਜਿਹੜੀ ਸਟੇਜ ਦੀ ਕਾਰਵਾਈ ਹੈ ਉਹ ਬਕਾਇਦਾ ਸ਼ੁਰੂ ਕਰਦੇ ਹਾਂ। ਸਾਡੇ ਬਲਾਕ ਦੇ ਜਨਰਲ ਸਕੱਤਰ ਬਲਜੀਤ ਸਿੰਘ ਪੂਲਾ ਉਹ ਤੁਹਾਡੇ ਨਾਲ ਆਪਣੇ ਵਿਚਾਰ ਰੱਖਣਗੇ। ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਵੀਰਾਂ ਨੇ ਵੀ ਬੋਲਣਾ ਉਹ ਆਪਣੇ ਆਪਣੇ ਨਾਮ ਆ ਕੇ ਲਿਖਵਾ ਜਾਣ। ਪਰ ਅਸੀਂ ਦੁਬਾਰਾ ਫੇਰ ਬੇਨਤੀ ਕਰਦੇ ਹਾਂ ਵੀ ਆਪਾਂ ਕਿਸੇ ਦੇ ਵਿਰੁੱਧ ਨਹੀਂ ਬੋਲਣਾ, ਕਿਸੇ ਦੀ ਨਿੰਦਿਆ ਨਹੀਂ ਕਰਨੀ। ਸਾਡਾ ਮਕਸਦ ਸਿਰਫ ਸਟਾਪੇਜ ਬਹਾਲ ਕਰਾਉਣਾ ਹੈ। ਆਪਾਂ ਇੱਥੇ ਕੋਈ ਹੋਰ ਮਕਸਦ ਲੈ ਕੇ ਨਹੀਂ ਆਏ ਔਰ ਇਹਦੀ ਤਕਲੀਫ ਸਾਰੇ ਇਲਾਕੇ ਨੂੰ ਹੈ। ਸੋ ਜਿਹੜੇ ਵੀ ਵੀਰ ਬੁਲਾਰੇ ਤੇ ਪਹੁੰਚੇ ਆ ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ। ਕਿਰਪਾ ਕਰਕੇ ਇੱਥੇ ਆ ਕੇ ਸਾਨੂੰ ਆਪਣਾ ਨਾਮ ਲਿਖਾ ਜਾਣ ਤਾਂ ਕਿ ਉਹਨਾਂ ਨੂੰ ਵਾਰੀ ਸਿਰ ਬੁਲਾਇਆ ਜਾਵੇ। ਪਹਿਲਾਂ ਕੌਣ ਬੋਲ? ਤੁਸੀਂ ਬੋਲ ਦਿਓ ਆਪਣੇ ਬਈ ਜਨਰਲ ਸੈਕਟਰੀ ਪਹਿਲਾਂ ਕਿਸਾਨ ਯੂਨੀਅਨ ਦੇ ਜਨਰਲ ਸੈਕਟਰੀ ਬਲਜੀਤ ਸਿੰਘ ਜੀ ਪੂਲਾ ਇਹ ਆਪਾਂ ਨੂੰ ਰਾਹ ਦਸੇਰਾ ਕਰਨਗੇ, ਕਿਉਂ ਇਹ ਬਹੁਤ ਪੁਰਾਣੇ ਖਿਡਾਰੀ ਹੈ। ਆਪਣਾ ਤਾਂ ਇਹ ਪਹਿਲਾ ਸੰਘਰਸ਼ ਹੈ ਔਰ ਅੱਗੇ ਨੂੰ ਚੱਲਦਾ ਰਹੂਗਾ। ਮੰਡੀ ਦੀਆਂ ਵੀ ਜਿੰਨੀਆਂ ਸਮੱਸਿਆਵਾਂ ਆਉਣਗੀਆਂ ਆਪਾਂ ਐਕਸ਼ਨ ਕਮੇਟੀ ਵਾਲੇ ਵੀਰ ਉਹਦੇ ਉੱਤੇ ਜ਼ਰੂਰ ਐਕਸ਼ਨ ਲਿਆ ਕਰਾਂਗੇ। ਹੁਣ ਵੀ ਅਸੀਂ ਸੋਚ ਰਹੇ ਹਾਂ ਵੀ ਸਟਾਪੇਜ ਬਹਾਲ ਕਰਨ ਦੇ ਨਾਲ ਨਾਲ ਇੱਕ ਦੋ ਹੋਰ ਮੰਗਾਂ ਵੀ ਇੱਕ ਤਾਂ ਪੈਸੇਂਜਰ ਗੱਡੀਆਂ ਚਲਾਈਆਂ ਜਾਣ ਤਾਂ ਕਿ ਜਿਹੜੇ ਵੀ ਗਰੀਬ ਲੋਕ ਆ ਮਹਿੰਗਾਈ ਦੀ ਮਾਰੇ ਡਰਾਈਵਰ ਸਾਰੀਆਂ ਗੱਡੀਆਂ ਚਲਾਈ ਜਾਣ, ਉਹਨਾਂ ਨੂੰ ਸਹੂਲਤ ਮਿਲ ਸਕੇ। ਔਰ 2 ਨੰਬਰ ਜਿਹੜੀ ਟਿਕਟ ਖਿੜਕੀ ਹੈ ਉਹ ਭੁੱਚੋ ਮੰਡੀ ਵਾਲੇ ਪਾਸੇ ਵੀ ਬਣਾਈ ਜਾਵੇ। ਬਾਕੀ ਅੱਗੇ ਵੀਰ ਜੀ ਬੋਲਣਗੇ। ਆਪਾਂ ਵੀ ਬਹਿ ਜਾਓ ਆ ਤੱਪੜ ਹੋ ਲਿਓ ਬੇਟਾ, ਖਿੱਚ ਗਿਆ ਤੱਪੜ ਤੇ ਪਰਮ ਸਤਿਕਾਰਯੋਗ ਸ਼ਹਿਰ ਨਿਵਾਸੀ ਭਰਾਵੋ, ਸਾਡੀਆਂ ਮਾਵਾਂ, ਸਾਡੀਆਂ ਭੈਣਾਂ ਡਾਕਟਰ ਗੁਰਦੀਪ ਸਿੰਘ ਤੇ ਵੱਖ-ਵੱਖ ਪਿੰਡਾਂ ਤੋਂ ਆਏ ਅੱਡੋ ਅੱਡੀ ਜਥੇਬੰਦੀਆਂ ਦੇ ਨੁਮਾਇੰਦੇ, ਆਗੂ, ਵਰਕਰ ਸਾਹਿਬਾਨ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਨੂੰ ਇਹਨਾਂ ਰੇਲਾਂ ਦੀਆਂ ਪਟੜੀਆਂ ਤੇ ਬੈਠਣਾ ਕਿਉਂ ਪੈ ਗਿਆ? ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਹੋਈਆਂ ਕਿ ਪਹਿਲਾਂ ਸਾਡੇ ਤੇ ਕਰੋਨਾ ਦੀ ਮਾਰ ਪਈ ਕਿ ਜੇ ਮੂੰਹ ਨਹੀਂ ਬੰਨਿਆ ਮੋਟਰਸਾਈਕਲ ਤੇ ਜਾਣਾ ਕੱਢ 500 ਰੁਪਇਆ ਮੂੰਹ ਦਿਖਾਈ, ਉਹ 500 ਰੁਪਏ ਦਾ ਨੋਟ ਸਾਥੋਂ ਲੈਂਦੇ ਰਹੇ। ਪਰ ਉਹ ਕੋਵਿਡ ਦੀ ਮਾਰ ਓਡੀ ਭਿਆਨਕ ਨਹੀਂ ਸੀ ਜਿੱਡੀ ਦੇਸ਼ ਦੇ ਹਾਕਮਾਂ ਨੇ ਬਣਾਤੀ। ਬਿਮਾਰੀ ਸੀਗੀ, ਅੱਜ ਵੀ ਹੈਗੀ ਆ, ਪੁਰਾਣੀ ਆ, ਪਹਿਲਾਂ ਤੋਂ ਹੈ। ਖੰਘ ਜ਼ੁਕਾਮ ਅੱਜ ਵੀ ਹੁੰਦਾ, ਪਹਿਲਾਂ ਵੀ ਹੁੰਦਾ ਸੀ। ਉਹਦਾ ਨਾਂ ਬਦਲਤਾ ਕੋਵਿਡ 19।
ਉਹਦੇ ਨਾਲ ਕਹਿੰਦੇ ਬੰਦਾ ਬਚਦਾ ਨਹੀਂ, ਉਹਦਾ ਇਲਾਜ ਨਹੀਂ ਹੁੰਦਾ। ਭਲਾ ਇਲਾਜ ਹੋਊ ਕਿਵੇਂ? ਦਵਾਈ ਮਰੀਜ਼ ਨੂੰ ਦੇਣੀ ਨਹੀਂ, ਕਮਰੇ 'ਚ ਬੰਦ ਕਰਤਾ, ਦੂਜੇ ਸਾਕ ਸੰਬੰਧੀ ਰਿਸ਼ਤੇਦਾਰਾਂ ਨਾਲ ਤੋੜਤਾ, ਕਹਿੰਦੇ ਨੇੜੇ ਨਾ ਜਾਇਓ ਕਰੰਟ ਮਾਰੂ। ਪਰ ਹਕੀਕਤ ਇਹ ਹੈ ਕਿ ਮੈਂ ਖੁਦ ਮਰੀਜ਼ ਹੋਇਆ, ਇਹਦਾ ਖੰਘ ਜ਼ੁਕਾਮ ਹੋ ਗਿਆ, ਮੈਂ ਚੈੱਕ ਕਰਾਇਆ, ਕਹਿੰਦੇ ਜੀ ਤੁਸੀਂ ਤਾਂ ਪੋਜ਼ਿਟਿਵ ਆ ਗਏ। ਪਰ ਇੱਕ ਦਿਨ ਇਹ ਜਿਹਾ ਨਹੀਂ ਜਿੱਦੇ ਮੈਂ ਘਰੇ ਬੈਠਾ ਹੋਵਾਂ, ਜਿੱਦੇ ਮੈਂ ਮੀਟਿੰਗਾਂ ਨਾ ਕਰਾਈਆਂ ਹੋਣ, ਕਿਉਂਕਿ ਇਹ ਡਰਾਵੇ ਸੀ। ਸਾਡਾ ਸਾਰਾ ਟੱਬਰ ਇਕੱਠਾ ਬਹਿੰਦਾ ਰਿਹਾ, ਮੈਂ ਤੁਹਾਡੇ ਵਿੱਚ ਖੜਾ, ਮੈਂ ਤਾਂ ਮਰਿਆ ਨਹੀਂ। ਇਹ ਅਸਲ ਦੇ ਵਿੱਚ ਦੇਸ਼ ਦੇ ਹਾਕਮਾਂ ਨੇ ਜਿਹੜੇ ਕਾਲੇ ਕਾਨੂੰਨ ਲਿਆਂਦੇ, ਉਹ ਕਾਨੂੰਨ ਲਿਆਉਣ ਖਾਤਰ ਸਾਨੂੰ ਅੰਦਰ ਵਾੜਿਆ ਕਿ ਲੋਕ ਇਹਨਾਂ ਕਾਨੂੰਨਾਂ ਦਾ ਵਿਰੋਧ ਨਾ ਕਰਨ, ਲੋਕ ਇਕੱਠੇ ਨਾ ਹੋ ਕੇ ਕਿਤੇ ਬਾਹਰ ਆ ਜਾਣ। ਪਰ ਜਥੇਬੰਦੀਆਂ ਨੇ ਇਹ ਗੱਲ ਸਮਝ ਕੇ ਕਿ ਕੋਵਿਡ ਨਾਲ ਮਰ ਗਏ ਨਾ ਮਰ ਗਏ, ਪਰ ਜਿਹੜੇ ਕਾਲੇ ਕਾਨੂੰਨ ਲੈ ਕੇ ਆ ਗਏ ਇਹਦੇ ਨਾਲ ਕੁੱਲ ਤਬਕਾ ਤਬਾਹ ਹੋਊਗਾ, ਮਰੂਗਾ। ਉਸ ਕਰਕੇ ਗਏ ਆ, ਫਿਰ ਦਿੱਲੀ ਵਾਲਿਆਂ ਨੂੰ ਝੁਕਾਇਆ, ਤੇ ਉਸ ਸਮੇਂ ਤੋਂ ਬਾਅਦ ਇੱਥੇ ਰੇਲਾਂ ਰੋਕਣੀਆਂ ਬੰਦ ਕਰਤੀਆਂ, ਕਿਉਂਕਿ ਦੇਸ਼ ਦੇ ਹਾਕਮਾਂ ਦੀ ਨੀਤ ਬਹੁਤ ਬਦਨੀਤ ਹੈ ਕਿ ਇੱਥੇ ਲੋਕਾਂ ਨੂੰ ਸਹੂਲਤਾਂ ਨਹੀਂ ਦੇਣੀਆਂ। ਜਿੱਥੇ ਟਿਕਟਾਂ ਘੱਟ ਕੱਟੀ ਦੀਆਂ ਉਹ ਸਟੇਸ਼ਨ ਬੰਦ ਕਰ ਦਿਓ, ਉੱਥੇ ਜਿਹੜੇ ਮੁਲਾਜ਼ਮ ਹੈ ਸਾਰੇ ਮੁਲਾਜ਼ਮਾਂ ਨੂੰ ਘਰਾਂ ਨੂੰ ਤੋਰ ਦਿਓ। ਆ ਅਸਲੀ ਹਕੀਕਤ, ਅਸਲੀ ਇਹਦਾ ਕਰਕੇ ਕਰ ਰਹੇ ਆ ਸਾਰਾ ਕੁਝ ਕਿ ਲੋਕਾਂ ਨੂੰ ਰੁਜ਼ਗਾਰ ਨਹੀਂ ਦੇਣਾ, ਰੁਜ਼ਗਾਰ ਤਾਂ ਖੋਣ ਤੇ ਲੱਗੇ ਹੋਏ ਆ। ਤੁਹਾਡੇ ਸਾਹਮਣੇ ਆ ਸਾਰਾ ਕੁਝ ਕਿ ਬੈਂਕਾਂ ਦੀ ਲੋੜ ਵੱਧਦੀ ਸੀ, ਪਰ ਦੋ ਬੈਂਕਾਂ ਤੋਂ ਇੱਕ ਬੈਂਕ ਕਰਤੀ। ਪ੍ਰਾਈਵੇਟ ਬੈਂਕਾਂ ਨੂੰ ਖੁੱਲ, ਉਹ ਧੜਾਧੜ ਖੁੱਲ ਰਹੀਆਂ, ਪਰ ਸਰਕਾਰੀ ਬੈਂਕਾਂ ਕਿਉਂ ਬੰਦ ਕਰ ਰਹੇ ਆ? ਕਿਉਂਕਿ ਆ ਰੇਲਵੇ ਲੈਣਾ, ਰੇਲਵੇ ਸਟੇਸ਼ਨ, ਇਹ ਰੇਲਾਂ ਉਹਨਾਂ ਆਪਦੇ ਸਾਕ ਸੰਬੰਧੀਆਂ ਨੂੰ ਨਰਿੰਦਰ ਮੋਦੀ ਨੇ ਅਡਾਨੀ ਡਾਵਾਨੀ ਵਰਗਿਆਂ ਨੂੰ ਸਮਾਤੀਆਂ, ਵੇਚਤਾ ਸਾਰਾ ਕੁਝ। ਇਸ ਨੂੰ ਬਚਾ ਸਕਦੇ ਤਾਂ ਕਿ ਜਿਵੇਂ ਅੱਜ ਇਕੱਠੇ ਹੋਏ ਆ, ਸ਼ਹਿਰ ਵਾਸੀ ਇਕੱਠੇ ਹੋਏ ਆ, ਪਿੰਡਾਂ ਦੇ ਲੋਕ ਇਕੱਠੇ ਹੋਏ ਆ, ਜੇ ਆਏ ਇਸ ਇਕੱਠ ਨੂੰ ਐਦੋਂ ਵੱਡਾ ਕਰਦੇ ਤੁਰੇ ਜਾਵਾਂਗੇ ਫੇਰ ਬਚ ਸਕਦਾ। ਨਹੀਂ, ਆ ਗਏ ਦੇਸ਼ ਦੇ ਹਾਕਮ, ਸਾਡੀਆਂ ਮੰਡੀਆਂ ਖੋਹਣ ਆ ਗਏ, ਇੱਥੇ ਆੜਤੀ ਭਾਈਚਾਰੇ ਨੂੰ ਤਬਾਹ ਕਰਨ ਲੱਗੇ ਹੋਏ ਸੀ ਕਿ ਆੜਤੀਆਂ ਤੋਂ ਇੱਥੇ ਕਰਾਉਣਾ ਕੌਣ ਹੈ, ਕਰਾਉਣਾ ਕੀ ਹੈ? ਤੁਸੀਂ ਮੋਦੀ ਦਾ ਬਿਆਨ ਸੁਣਿਆ ਹੋਣਾ ਕਿ ਅਸੀਂ ਵਿਚੋਲੀਏ ਖਤਮ ਕਰਨੇ ਆ। ਇੱਕ ਵਿਚੋਲੀਏ ਖਤਮ ਕਰਕੇ 18 ਵਾਰਡ ਦੇ ਵਿੱਚ ਉਹ ਵਿਚੋਲੀਏ ਅਡਾਨੀ ਬਾਨੀ ਵਰਗੇ ਜਿਹੜੇ ਕਹਿੰਦੇ ਖੇਤਾਂ 'ਚੋਂ ਸਿੱਧੀ ਲਿਆਓ ਫਸਲ, ਧਰੋ ਸਾਡੇ ਸਟੋਰਾਂ 'ਚ, ਅਸੀਂ ਲਵਾਂਗੇ 700 ਨੂੰ ਕਣਕ, ਵੇਚਾਂਗੇ 5000 ਨੂੰ। ਉਹ ਵਿਚੋਲੀਆਂ ਨੂੰ ਵੜ ਰਹੇ ਆ, ਸਾਨੂੰ ਕਰ ਰਹੇ ਆ ਤਬਾਹ, ਸਾਡਾ ਸਾਰਾ ਕੁਝ ਖੋਹਣ ਤੇ ਲੱਗੇ ਹੋਏ ਆ। ਇੱਥੇ ਕਹਿੰਦੇ ਸੀ ਜਦੋਂ ਮੋਦੀ ਨਾਲ ਗੱਲ ਚੱਲੀ, ਕਹਿੰਦਾ ਤੁਸੀਂ ਕਹਿੰਦੇ ਜ਼ਮੀਨਾਂ ਖੋਹਾਂਗੇ, ਅਸੀਂ ਇਹਦੇ ਕਾਨੂੰਨ 'ਚ ਤਾਂ ਇੱਕ ਤੁਕ ਵੀ ਨਹੀਂ ਪਾਈ ਜ਼ਮੀਨਾਂ ਖੋਹਣ ਦੀ। ਤੇ ਜਦੋਂ ਉਹਨੂੰ ਕਿਹਾ ਕਿ ਜਦੋਂ ਸਾਡੀਆਂ ਜਿਣਸਾਂ ਹੀ ਨਹੀਂ ਵਿਕਣੀਆਂ, ਜਦੋਂ ਸਾਡੀਆਂ ਜਿਣਸਾਂ ਦਾ ਕੋਈ ਮੁੱਲ ਹੀ ਨਹੀਂ ਹੋਣਾ, ਫਿਰ ਅਸੀਂ ਇਹਨਾਂ ਰੇਤੇ ਤੋਂ ਕਰਾਵਾਂਗੇ ਕੀ? ਅਸੀਂ ਖੁਦ ਕਹਾਂਗੇ ਜ਼ਮੀਨਾਂ ਖੋਲੋ, ਸਾਨੂੰ ਕੋਈ ਰੁਜ਼ਗਾਰ ਦੇ ਦਿਓ। ਰੁਜ਼ਗਾਰ ਕਿੱਥੇ ਆ? ਇਹ ਅਦਾਰੇ ਤਾਂ ਪ੍ਰਾਈਵੇਟ ਕਰਤੇ, ਲੈ ਲਓ ਰੁਜ਼ਗਾਰ। ਪਹਿਲਾਂ ਅਮਰਿੰਦਰ ਨੇ ਸੇਲਾਂ ਲਾਈਆਂ ਸਾਡੇ ਨੌਜਵਾਨਾਂ ਦੀਆਂ, ਪੜ੍ਹੇ ਲਿਖਿਆਂ ਦੀਆਂ, ਆ ਜਾਓ ਕਰ ਦਿੰਦੇ ਨੌਕਰੀ 8000 'ਚ 10000 'ਚ। ਤੇ ਜਦੋਂ ਹੁਣ ਮਾੜਾ ਜਿਹਾ ਕਸਿਆ ਉਧਰ ਨੂੰ ਸਕੰਜਾ ਕਿ ਐਮਐਲਏ ਦੀਆਂ 5-5 6-6 7-7 ਪੈਨਸ਼ਨਾਂ ਕਿਉਂ ਇੱਕ ਹੋਵੇ, ਅਸੀਂ ਕਹਿੰਦੇ ਇੱਕ ਵੀ ਕਿਉਂ ਹੋਵੇ, ਇੱਥੇ ਵੀ ਸ਼ਰਤ ਲੱਗਣੀ ਚਾਹੀਦੀ ਹੈ। ਸਾਡੇ ਲੋਕਾਂ ਤੇ ਸ਼ਰਤ ਹੈ, ਜਿਹਦੀ 70000 ਤੋਂ ਵੱਧ ਆਮਦਨ ਹੈ ਉਹਦੀ ਪੈਨਸ਼ਨ ਨਹੀਂ ਲੱਗੂਗੀ,
ਜਿਹਦੇ ਕੋਲੇ 2.5 ਕਿੱਲੇ ਜ਼ਮੀਨ ਹੈ ਉਹਦੀ ਪੈਨਸ਼ਨ ਨਹੀਂ ਲੱਗੂਗੀ, ਫਿਰ ਇਹਨਾਂ ਤੇ ਸ਼ਰਤਾਂ ਕਿਉਂ ਨਹੀਂ? ਅੱਜ ਉਹੀ ਬਾਦਲ ਬੋਲਦਾ, ਕਹਿੰਦਾ ਜੀ ਹਾਂ ਅਸੀਂ ਤਾਂ ਸੇਵਾ ਦਾ ਮੌਕਾ ਕਹਿ ਕੇ ਆਉਂਦੇ ਆ, ਸੇਵਾਦਾਰ ਦੀ ਪੈਨਸ਼ਨ ਤਾਂ ਹੋਣੀ ਨਹੀਂ ਚਾਹੀਦੀ। ਪਹਿਲਾਂ ਦਿਸੇ ਹੀ ਨਹੀਂ ਮਾਂ ਦੇ ਸ਼ੇਰ ਨੂੰ 10 ਸਾਲ ਪਹਿਲਾਂ ਮੁੱਖ ਮੰਤਰੀ ਰਹਿ ਗਿਆ। ਇਸ ਕਰਕੇ ਭਰਾਵੋ ਆ ਦਿਮਾਗ ਤੋਂ ਕੰਮ ਲਗੇ ਕਿ ਅਸਲ ਦੇ ਵਿੱਚ ਇਹ ਲੋਕਤੰਤਰ ਹੈ ਨਹੀਂ, ਇਹ ਲੋਕ ਰਾਜ ਹੈ ਨਹੀਂ। ਸਾਡਾ ਦੇਸ਼ ਆਜ਼ਾਦ ਨਹੀਂ ਹੈ, ਸਾਡਾ ਦੇਸ਼ ਗੁਲਾਮ ਹੈ। ਪਹਿਲਾਂ ਗੋਰੇ ਅੰਗਰੇਜ਼ਾਂ ਦੇ ਗੁਲਾਮ ਸੀ, ਹੁਣ ਕਾਲੇ ਅੰਗਰੇਜ਼ਾਂ ਦੇ ਗੁਲਾਮ ਹੈ। ਤੁਸੀਂ ਵੋਟਾਂ ਪਾਈਆਂ ਕਿਸੇ ਨੇ ਆਪਦੀ ਮਰਜ਼ੀ ਨਾਲ ਆ ਕੇ ਇੱਥੇ ਬਹਿ ਜਾਂਦੇ ਆ ਕਿ ਫਲਾਣੇ ਨੂੰ ਪਾਉਣੀ ਹੈ, ਝੌਂਕੇ ਨੂੰ ਪਾਉਣੀ ਹੈ, ਇਹਨੂੰ ਨਹੀਂ ਪਾਉਣੀ। ਅਸੀਂ ਤਾਂ ਗੁਲਾਮ ਆ ਸਾਰੇ, ਗੁਲਾਮੀ ਚੋਂ ਨਿਕਲਣ ਖਾਤਰ ਆ ਕੁਛ ਕਰਨਾ ਪਿਆ। ਜੇ ਇੱਥੇ ਦੇਸ਼ ਆਜ਼ਾਦ ਹੁੰਦਾ, ਲੋਕਤੰਤਰ ਹੁੰਦਾ, ਲੋਕਾਂ ਦਾ ਰਾਜ ਹੁੰਦਾ, ਲੋਕਾਂ ਨੂੰ ਲੀਹਾਂ ਤੇ ਬੈਠਣ ਦੀ ਲੋੜ ਨਹੀਂ ਸੀ। ਇੱਥੇ ਆਉਂਦਾ ਡੀਸੀ, ਇੱਥੇ ਆਉਂਦਾ ਐਸਐਸਪੀ, ਇੱਥੇ ਆਉਂਦਾ ਸੈਂਟਰ ਦਾ ਅਧਿਕਾਰੀ ਵੀ ਲੋਕੋ ਦੱਸੋ ਤੁਹਾਨੂੰ ਤਕਲੀਫ ਕੀ ਹੈ, ਅਸੀਂ ਕਰਦੇ ਹਾਂ ਤੁਹਾਡੇ ਮਸਲੇ ਦਾ ਹੱਲ। ਤੇ ਸਾਨੂੰ ਫਿਰ ਆਹ ਰੇਲ ਰੋਕ ਕੇ ਜਿਹੜੀਆਂ ਸਵਾਰੀਆਂ, ਸਾਨੂੰ ਪਤਾ ਹੈ ਕਿ ਉਹਦੇ 'ਚ ਸਾਡੇ ਲੋਕ ਹੈ, ਸਾਡੇ ਗਰੀਬਾਂ ਦੇ ਲੋਕ ਸਵਾਰੀਆਂ ਆਉਂਦੇ ਆ ਇਹਨਾਂ 'ਚ ਰੇਲਾਂ 'ਚ, ਅਮੀਰਾਂ ਦੇ ਨਹੀਂ ਆਉਂਦੇ ਇੱਥੇ। ਉਹਨਾਂ ਅਬਾਨੀ ਡਾਨੀਆਂ ਦੇ, ਉਹਨਾਂ ਟਾਟਿਆਂ ਬਿਰਲਿਆਂ ਦੇ, ਉਹਨਾਂ ਦੇ ਲੋਕ ਤਾਂ ਜਹਾਜ਼ਾਂ ਤੇ ਜਾਂਦੇ ਆ, ਜਹਾਜ਼ਾਂ ਤੇ ਆਉਂਦੇ ਆ। ਇਹ ਸਾਡੇ ਲੋਕ ਹੈ। ਜੇ ਉਹਨਾਂ ਨੂੰ ਅੱਜ ਹੈਰਾਨਗੀ ਝੱਲਣੀ ਪਊ ਕਿਉਂਕਿ ਰੇਲ ਦਾ ਟਾਈਮ 6:50 ਦਾ, 6:50 ਹੋ ਗਏ। ਜੇ ਉਹਨਾਂ ਨੂੰ ਜਿੰਨਾ ਚਿਰ ਇਹ ਲੇਟ ਹੋਣਗੇ ਤਾਂ ਉਹ ਸਾਡੇ ਲੋਕ ਹੈ। ਅਸੀਂ ਇਸ ਕਰਕੇ ਉਹਨਾਂ ਤੋਂ ਵੀ ਮਾਫੀ ਮੰਗਾਂਗੇ ਕਿ ਭਰਾਵੋ ਕਸੂਰ ਸਾਡਾ ਨਹੀਂ, ਕਸੂਰ ਸੈਂਟਰ ਵਾਲਿਆਂ ਦਾ। ਜਦੋਂ ਅਸੀਂ ਨੱਕ ਨਾਲ ਲਕੀਰਾਂ ਕੱਢ ਕਿਹਾ ਕਿ ਭਾਈ ਇੱਥੇ ਰੇਲਾਂ ਰੁਕਦੀਆਂ ਰਹੀਆਂ, ਆਹ ਸਟੇਸ਼ਨ ਬਣਿਆ ਐਡਾ ਵੱਡਾ, ਇੱਥੇ ਰੇਲਾਂ ਰੋਕ ਦਿਆ ਕਰੋ 2 ਮਿੰਟ, ਹਰੇਕ ਰੇਲ ਰੋਕ ਕੇ ਜਾਣੀ ਚਾਹੀਦੀ ਹੈ। ਅਸੀਂ ਕੋਈ 4 ਰੁਪਏ ਦੇ ਕੇ ਚੜਾਂਗੇ, ਅਸੀਂ ਮੁਫਤ ਤਾਂ ਨਹੀਂ ਸਫ਼ਰ ਕਰਦੇ। ਪਰ ਨਹੀਂ ਗੋਲੀ ਗੱਲ, ਕਿਉਂਕਿ ਪਹਿਲਾਂ ਮੈਂ ਕਹਿ ਗਿਆ ਕਿ ਅਸਲ ਦੇ ਵਿੱਚ ਦੇਸ਼ ਦੇ ਹਾਕਮ ਸਾਡੇ ਨਹੀਂ ਹੈ। ਦੇਸ਼ ਦੇ ਹਾਕਮ ਉਹਨਾਂ ਅਮਰੀਕਾ ਵਰਗਿਆਂ ਦੇ, ਉਹਨਾਂ ਫਰਾਂਸ ਵਰਗਿਆਂ ਦੇ, ਉਹਨਾਂ ਵੱਡੇ ਮੁਲਕਾਂ ਦੇ, ਉਹਨਾਂ ਮੁੰਦਰਾ ਕੋਸ਼ ਵਰਗਿਆਂ ਦੇ, ਉਹਨਾਂ ਦੇ ਦਲਾਲ ਬਣੇ ਹੋਏ ਆ। ਇਸ ਕਰਕੇ ਭਰਾਵੋ ਆਓ ਇਕੱਠੇ ਹੋ ਕੇ ਇਹਨਾਂ ਦਲਾਲਾਂ ਨੂੰ ਇੱਥੋਂ ਭਜਾਉਣਾ ਪੈਣਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਈ ਅਸੀਂ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ, ਬਹੁਤ ਚੰਗੀ ਜਾਣਕਾਰੀ ਦਿੱਤੀ ਹੈ ਇਹਨਾਂ ਨੇ। ਦੇਖੋ ਆਪਾਂ ਨੂੰ ਬਹੁਤੀਆਂ ਗੱਲਾਂ ਦਾ ਨਹੀਂ ਪਤਾ ਸੀਗਾ, ਪਰ ਇਹਨਾਂ ਵੀਰਾਂ ਨੇ ਦੇਖੋ ਕਿੰਨਾ ਖੁੱਲ੍ਹ ਕੇ ਕਿਹਾ ਹੈਗਾ ਵੀ ਇਹ ਜਾਣਬੁੱਝ ਕੇ ਆਪਣੀ ਜਨਤਾ ਨੂੰ ਪਰੇਸ਼ਾਨ ਕਰਦੇ ਆ। ਵੋਟਾਂ ਸਾਨੂੰ ਲੈ ਕੇ ਸਾਨੂੰ ਹੀ ਪਰੇਸ਼ਾਨ ਕਰੀ ਜਾਂਦੇ ਆ। ਔਰ ਇਸ ਤੋਂ ਬਾਅਦ ਬੂਟਾ ਸਿੰਘ ਤੁੰਗਵਾਲੀ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਦੁਕਾਨਦਾਰਾਂ ਤੇ ਕਿਸਾਨਾਂ ਦਾ ਇੱਕ ਜਿੰਦਾਬਾਦ। ਬਈ ਬਹੁਤ ਸਾਰੀਆਂ ਬੀਬੀਆਂ ਨੇ ਵੀ ਅੱਜ ਦੇ ਧਰਨੇ ਵਿੱਚ ਸ਼ਾਮਲ ਹੋ ਕੇ ਮਾਣ ਵਧਾਇਆ ਹੈਗਾ। ਅਸੀਂ ਇਹਨਾਂ ਬੀਬੀਆਂ ਭੈਣਾਂ ਦੇ ਵੀ ਰਿਣੀ ਰਹਾਂਗੇ ਜਿਨ੍ਹਾਂ ਨੇ ਇਲਾਕੇ ਲਈ ਆਪਣਾ ਟਾਈਮ ਕੱਢ ਕੇ ਇੱਥੇ ਧਰਨੇ ਦੇ ਵਿੱਚ ਸ਼ਾਮਲ ਹੋਏ ਆ। ਹੁਣ ਬੂਟਾ ਸਿੰਘ ਜੀ ਦੇ ਵਿਚਾਰ ਸੁਣੀਏ। ਰੇਲ ਹੈਲੋ ਰੇਲ ਰੋਕੂ ਅੰਦੋਲਨ ਦੇ ਵਿੱਚ ਪਹੁੰਚੇ ਬਹੁਤ ਹੀ ਸਤਿਕਾਰਯੋਗ ਕਿਸਾਨ ਤੇ ਮੇਰੀਆਂ ਮਾਵਾਂ ਭੈਣਾਂ, ਕਿਉਂਕਿ ਜੋ ਆਪਾਂ ਅੱਜ ਤੈਅ ਕਰਿਆ ਸੀ ਵੀ 10 ਤਰੀਕ ਨੂੰ ਸਾਡੀ ਇੱਥੇ ਕਮੇਟੀ ਬਣੀ ਹੈ ਸਾਡੇ ਸਾਥੀਆਂ ਦੀ ਵੀ ਜੇ ਉਦੋਂ ਪਹਿਲਾਂ ਰੇਲਾਂ ਇੱਥੇ ਨਾ ਰੁਕਣ ਲੱਗੀਆਂ, ਅਸੀਂ 10 ਤਰੀਕ ਨੂੰ ਮਜਬੂਰੀ ਬਸ ਸਾਨੂੰ ਸੜਕਾਂ ਤੇ ਬੈਠਣਾ ਪੈਣਾ, ਕੋਈ ਸਾਨੂੰ ਸ਼ੌਂਕ ਨਹੀਂ। ਕਿਉਂਕਿ ਜਿਹੜੀ C50 ਤੇ ਗੱਡੀ ਆਉਂਦੀ ਹੈ ਉਹਦੇ ਵਿੱਚ ਬਹੁਤ ਹੀ ਇਹ ਕਈ ਪਿੰਡਾਂ ਨੂੰ ਨੇੜਤਾ ਭੁੱਚੋ ਮੰਡੀ ਸਟੇਸ਼ਨ ਲੱਗਦਾ, ਸਾਨੂੰ ਬਹੁਤ ਸਮੱਸਿਆ ਆਉਂਦੀ ਹੈ। ਸਾਡਾ ਕੋਈ ਹੌਲੀ ਬਾਹਲੀ ਵੱਡੀ ਮੰਗ ਨਹੀਂ,
ਵੀ 2-4 ਮਿੰਟ ਇੱਥੇ ਗੱਡੀ ਖੜ ਜੇ ਤੇ ਜਿਹੜੇ ਸਾਡੇ ਸਾਥੀ ਜਾਂ ਸਾਡੇ ਭੈਣ ਭਰਾ ਹੈ ਇੱਥੋਂ ਸਬਰ ਕੀਤਾ ਜਾਵੇ। ਪਰ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਸਾਡੇ ਨਾਲ ਪੂਰਾ ਵਿਤਕਰਾ ਰੱਖਦੀ ਹੈ। ਸਾਨੂੰ ਉਹ ਆਏ ਰੱਖਦੇ ਆ ਜਿਵੇਂ ਖਣੀ ਬਾਹਰੋਂ ਆਏ ਹੁੰਦੇ ਆ, ਕਿਉਂਕਿ ਸਾਨੂੰ ਪਹਿਲਾਂ ਹੀ ਪਤਾ ਹੈ ਵੀ ਜਦੋਂ ਕਾਲੇ ਕਾਨੂੰਨਾਂ ਦੇ ਖਿਲਾਫ ਆਪਾਂ ਰਲ ਕੇ ਲੜੇ, ਵੀ ਜਿਹੜੇ ਸਾਡੇ ਤੇ ਕਾਲੇ ਕਾਨੂੰਨ ਮੜੇ ਸੀ, ਜਿਨ੍ਹਾਂ ਦਾ ਸਾਡਾ 9 ਮਾਸ ਦਾ ਰਸਤਾ, ਭਾਵੇਂ ਇੱਥੋਂ ਦੇ ਆੜਤਕੇ ਹੋਣ ਚਾਹੇ ਦੁਕਾਨਦਾਰ ਹੋਣ, ਜਦੋਂ ਕਾਲੇ ਕਾਨੂੰਨਾਂ ਦੇ ਉੱਤੇ ਤੈਅ ਕੀਤਾ ਸੀ ਵੀ ਜਿਹੜੀ ਕਿਸਾਨ ਦੀ ਫਸਲ ਹੈ ਉਹ ਸਿੱਧੀ ਉਹ ਸੈਲੋ ਦੇ ਵਿੱਚ ਜਾਊਗੀ, ਉਹ ਅਡਾਨੀ ਵਰਗਿਆਂ ਦੇ ਮਤਲਬ ਸੈਲੋ ਦੇ ਵਿੱਚ ਜਾ ਕੇ ਉਹ ਸਟੋਰ ਹੋਊਗੀ। ਉਹ ਜੋ ਅਸੀਂ ਰੌਲਾ ਪਾਇਆ ਤੇ ਦੁਕਾਨਦਾਰਾਂ ਵੀਰਾਂ ਨੇ ਰੌਲਾ ਪਾਇਆ ਵੀ ਜਿਹੜੀ ਇਹ ਫਸਲ ਹੈ, ਜਦੋਂ ਅਸੀਂ ਕਣਕ ਵੱਢਣੀ ਹੁੰਦੀ ਹੈ ਅਸੀਂ ਮਹੀਨਾ ਪਹਿਲਾਂ ਆੜਤਕੇ ਕੋਲੇ ਆਉਂਦੇ ਹਾਂ, ਉਹ ਆੜਤਕੇ ਤੋਂ ਤੋਲ ਦਾ ਢੋਲ ਲੈ ਕੇ ਜਾਂਦੇ ਹਾਂ, ਪੈਸੇ ਲੈ ਕੇ ਜਾਂਦੇ ਹਾਂ, ਫਿਰ ਜਾ ਕੇ ਅਸੀਂ ਕਣਕ ਵੱਢਦੇ ਹਾਂ। ਉਹ ਕਾਲੇ ਕਾਨੂੰਨਾਂ ਦੇ ਉੱਤੇ ਤੈਅ ਕੀਤਾ ਹੋਇਆ ਸੀ ਵੀ ਜੇ ਕਿਸੇ ਕਿਸਾਨ ਨੇ ਦੀ ਉਹ ਮਤਲਬ ਪੇਮੈਂਟ ਨਾ ਆਈ, ਜਿਹੜੀ ਸਿੱਧੀ ਖਰੀਦ ਕਰਦੇ ਆ, 1 ਮਹੀਨਾ ਅਸੀਂ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ ਸੀਗੇ। 1 ਮਹੀਨੇ ਤੋਂ ਬਾਅਦ ਵੱਧ ਤੋਂ ਵੱਧ ਐਸਡੀਐਮ ਜਾਂ ਡੀਸੀ ਦੇ ਅਰਜੀ ਦੇ ਸਕਦੇ ਸੀ ਵੀ ਸਾਡੇ ਖਾਤੇ ਦੇ ਵਿੱਚ ਪੈਸੇ ਨਹੀਂ ਆਏ। ਭਰਾਵੋ ਡੀਸੀ ਵੀ ਇਹਨਾਂ ਦਾ, ਐਸਡੀਐਮ ਵੀ ਇਹਨਾਂ ਦੀ ਬੋਲੀ ਬੋਲਣੀ ਸੀ। ਤਾਂ ਕਰਕੇ ਅਸੀਂ ਜਦੋਂ ਅੰਦੋਲਨ ਲੜੇ ਸਾਰੀਆਂ ਕਿਸਾਨ ਜਥੇਬੰਦੀਆਂ ਕੰਨੋਂ ਸਾਨੂੰ ਵੱਡਾ ਯੋਗਦਾਨ ਇੱਥੋਂ ਦੇ ਦੁਕਾਨਦਾਰਾਂ ਨੇ, ਮਜ਼ਦੂਰਾਂ ਨੇ, ਨੌਜਵਾਨਾਂ ਨੇ ਪਾਇਆ। ਜਿਹੜਾ ਤੁਸੀਂ ਜਿੱਤ ਕੇ ਆਏ ਹੋ, ਜੇ ਅੱਜ ਸੈਂਟਰ ਦੀ ਗੱਲ ਕਰਗੇ ਤੇ 2-4 ਮਿੰਟ ਇੱਥੇ ਗੱਡੀ ਖੜ ਜੂ, ਇਹਨਾਂ ਨੂੰ ਕੋਈ ਬੜਾ ਫਰਕ ਨਹੀਂ ਪੈਣ ਲੱਗਿਆ। ਪਰ ਭਰਾਵੋ ਸਾਡਾ ਸਦਕ ਪਰਖਦੇ ਆ, ਕੋਈ ਅਸੀਂ ਸ਼ੌਂਕ ਨਹੀਂ ਸਾਨੂੰ ਇੱਥੇ ਰੇਲਾਂ ਦੀਆਂ ਪਲਟੀਆਂ ਤੇ ਬੈਠਣ ਦਾ। ਅੱਜ ਪੂਰਾ ਪੰਜਾਬ ਦੇ ਵਿੱਚ ਕਣਕ ਵੱਢੀ ਜਾ ਰਹੀ ਆ, ਬੰਦਾ ਦਿਹਾੜਗਾ ਨਹੀਂ ਮਿਲ ਰਿਹਾ, ਤਾਂ ਵੀ ਸਾਡੇ ਕਿਸਾਨ ਮਜ਼ਦੂਰ ਟਾਈਮ ਚੋਂ ਟਾਈਮ ਕੱਢ ਕੇ ਆਏ ਆ। ਪਰ ਜੇ ਹੀ ਸੱਦਾ 1 ਮਹੀਨਾ ਪਹਿਲਾਂ ਦਿੱਤਾ ਹੁੰਦਾ, ਆ ਰੇਲਵੇ ਸਟੇਸ਼ਨ ਇੱਥੇ ਪੈਰ ਧਰਨ ਨੂੰ ਥਾਂ ਨਹੀਂ, ਤਾਂ ਵੀ ਸਾਡੀ ਬਹੁਤ ਗਿਣਤੀ ਹੈ। ਇਸ ਕਰਕੇ ਜੋ ਇੱਥੋਂ ਦੀ ਸੈਂਟਰ ਸਰਕਾਰ ਹੈ, ਪੰਜਾਬ ਸਰਕਾਰ ਨੂੰ ਪੂਰਾ ਜਦੋਂ ਇੱਥੋਂ ਦੇ ਪੰਜਾਬ ਸਰਕਾਰ ਨੂੰ ਕਿਹਾ ਗਿਆ ਵੀ 85% ਮੀਟਰ ਚਿੱਪ ਵਾਲੇ ਲਾ ਕੇ ਘਰਾਂ ਦੇ ਵਿੱਚ, ਕਿਉਂਕਿ ਸਾਡੇ ਘਰਾਂ ਦੇ ਵਿੱਚ ਹਨੇਰਾ ਪਾਉਣਾ ਚਾਹੁੰਦੇ ਆ। ਜੇ ਚਿੱਪ ਵਾਲੇ ਮੀਟਰ ਸਾਡੇ ਘਰਾਂ ਦੇ ਵਿੱਚ ਲੱਗਦੇ ਆ ਤੇ ਭਰਾਵੋ ਸਾਥੋਂ ਬਿੱਲ ਨਹੀਂ ਭਰਿਆ ਜਾਣਾ, ਕਿਉਂਕਿ ਰੀਚਾਰਜ ਹੋਣਗੇ। ਫਿਰ ਤੈਨੂੰ ਕਹਿੰਦੇ ਪੰਜਾਬ ਸਰਕਾਰ ਨੂੰ 50-100 ਕਰੋੜ ਦੇ ਦਾਂਗੇ, ਇਹਨੂੰ ਸੈਂਟਰ ਸਰਕਾਰ ਨੂੰ ਭੁਲੇਖਾ ਹੋਊਗਾ। ਅਸੀਂ ਪੰਜਾਬ ਦੇ ਵਿੱਚ ਫੈਸਲਾ ਕੀਤਾ ਹੋਇਆ ਵੀ ਚਿੱਪ ਵਾਲਾ ਮੀਟਰ ਕਿਸੇ ਸ਼ਹਿਰ ਦੇ ਵਿੱਚ, ਕਿਸੇ ਪਿੰਡ ਦੇ ਵਿੱਚ ਨਹੀਂ ਲੱਗਣ ਦੇਵਾਂਗੇ, ਕਿਉਂਕਿ ਅਸੀਂ ਭਰਾਵੋ ਕਈ ਪਿੰਡਾਂ ਦੇ ਵਿੱਚੋਂ ਪਟਾਏ ਆ। ਇਹ ਇਸ ਕਰਕੇ ਜੇ ਇੱਥੇ ਗੱਡੀ ਰੇਲਾਂ ਨਾ ਰੋਕੀਆਂ ਇਹਨਾਂ ਨੇ, ਇੱਥੋਂ ਦੀ ਕਮੇਟੀ ਗੱਲਬਾਤ ਕਰੂਗੀ, ਕਮੇਟੀ ਜੋ ਦੱਸੂਗੀ ਸਾਨੂੰ, ਅਸੀਂ ਕਮੇਟੀ ਦੇ ਹਿਸਾਬ ਨਾਲ ਚੱਲਾਂਗੇ। ਭਰਾਵੋ ਕਿਵੇਂ ਲੰਮਾ ਚੱਲਦਾ ਮੋਰਚਾ, ਅਸੀਂ ਭਾਰਤੀ ਕਿਸਾਨ ਯੂਨਿਟ ਕੌਂਦਾ ਗੰਨਗੋਂ ਇਸ ਕਮੇਟੀ ਦਾ ਪੂਰਾ ਸਹਿਯੋਗ ਦੇਵਾਂਗੇ। ਮੋਢੇ ਨਾਲ ਮੋਢਾ ਲਾ ਕੇ ਬੈਠਾਂਗੇ, ਪਰਿਵਾਰਕ ਤੌਰ ਤੇ ਲਾ ਕੇ ਬੈਠਾਂਗੇ ਤੇ ਰੇਲਾਂ ਇੱਥੇ ਆਪਾਂ ਜਿੱਤ ਕੇ ਜਾਣਾ। ਰੇਲਾਂ ਰੋਕ ਕੇ ਰੱਖਣੀਆਂ, ਜਿਵੇਂ ਇਹਨਾਂ ਨਾਲ ਤੈਅ ਕਰਨੀ ਆਪਾਂ, ਮੈਂ 5 ਮਿੰਟ ਰੋਕਣਾ, ਇਹ ਗਰੰਟੀ ਕਰਦੇ ਹੋ। ਨਾ ਸਾਰਿਆਂ ਦਾ ਧੰਨਵਾਦ। ਪਹਿਲਾਂ ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਸੁਖਜੀਤ ਕੌਰ ਆ, ਪਿੰਡ ਚੱਕ ਫਤਿਹ ਸਿੰਘ ਵਾਲਾ, ਇਕਾਈ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ। ਅਸੀਂ ਉਹਨਾਂ ਦੇ ਵਰਕਰ ਹਾਂ। ਮੈਂ ਪਿੰਡ ਪੱਧਰ ਦੀ ਜਨਰਲ ਸਕੱਤਰ ਹਾਂ। ਅੱਜ ਦਾ ਇਹ ਧਰਨਾ ਕਿਉਂ ਔਰ ਕਿੱਥੇ ਲਾਇਆ ਗਿਆ? ਇਹ ਧਰਨਾ ਭੁੱਚੋ ਮੰਡੀ ਲਾਇਆ ਗਿਆ। ਜੋ ਸਾਡੇ ਇੱਥੋਂ ਦੇ ਲੋਕਾਂ ਨੂੰ ਦਿੱਕਤਾਂ ਆਉਂਦੀਆਂ, ਕਿਉਂਕਿ ਪਿਛਲੇ ਸਾਲ ਸਵਾ ਸਾਲ ਤੋਂ ਇੱਥੇ ਟ੍ਰੇਨਾਂ ਜਿਹੜੀਆਂ ਉਹ ਰੁਕ ਨਹੀਂ ਰਹੀਆਂ, ਉਹਨਾਂ ਨੂੰ ਰੋਕਣ ਵਾਸਤੇ ਸਾਡੇ ਲੋਕਾਂ ਨੇ, ਕੁੱਲ ਇਕਾਈ ਨੇ, ਛੋਟੇ ਵੱਡੇ ਤਬਕੇ ਨੇ, ਸਾਡੇ ਜਿਹੜੇ ਇੱਥੇ ਮੁਲਾਜ਼ਮ ਵੀਰ ਆ ਜਾਂ ਸਾਡੇ ਇੱਥੇ ਆੜਤੀਏ ਵੀਰ ਆ, ਉਹਨਾਂ ਨੇ ਸਾਰਿਆਂ ਨੇ ਮਿਲ ਕੇ ਧਰਨਾ ਲਾਇਆ। ਕਿਉਂਕਿ ਇਹ ਸਾਨੂੰ ਬਹੁਤ ਵੱਡੀ ਸਮੱਸਿਆ ਆ ਰਹੀ ਆ ਕਿ ਇੱਥੇ ਰੇਲਾਂ ਰੁਕ ਨਹੀਂ ਰਹੀਆਂ। ਖਾਸ ਕਰਕੇ ਉਹਨਾਂ ਲੋਕਾਂ ਨੂੰ ਆ ਰਹੀ ਆ ਜੋ ਛੋਟੇ ਤਬਕਾ, ਮਜ਼ਦੂਰ ਆ, ਮੁਲਾਜ਼ਮ ਆ, ਛੋਟੇ ਦੁਕਾਨਦਾਰ ਆ, ਉਹਨਾਂ ਨੂੰ ਦਿੱਕਤ ਆ ਰਹੀ ਆ ਕਿ ਰੇਲ ਨਹੀਂ ਰੁਕਦੀ, ਕਿਉਂਕਿ ਇੱਥੇ ਰੁਕਣੀ ਚਾਹੀਦੀ ਹੈ। ਪਹਿਲਾਂ ਤੋਂ ਰੁਕਦੀਆਂ ਸੀ ਰੇਲਾਂ, ਹੁਣ ਇਹ ਕਰੋਨਾ ਕਰਕੇ ਇਹਨਾਂ ਨੇ ਰੇਲਾਂ ਬੰਦ ਕਰਤੀਆਂ। ਜੋ ਇਹਨਾਂ ਦਾ ਪਹਿਲਾਂ ਤੋਂ ਫੈਸਲਾ, ਇਹਨਾਂ ਨੇ ਸਾਰੇ ਅਦਾਰੇ ਵੇਚਤੇ ਇਹ ਸਾਡੇ ਰੇਲਵੇ ਦੇ, ਤੇ ਇਸੇ ਤਰ੍ਹਾਂ ਇਹ ਨਾ ਇਸ ਨੂੰ ਬੰਦ ਕਰਨਾ ਚਾਹੁੰਦੇ ਆ ਕਿ ਅਸੀਂ ਇੱਥੋਂ ਰੇਲਾਂ ਰੋਕਣੀਆਂ ਬੰਦ ਕਰ ਦਈਏ। ਤੇ ਸਾਡੇ ਲੋਕਾਂ ਨੂੰ ਇਹ ਬਹੁਤ ਵੱਡੀ ਸਮੱਸਿਆ, ਜੇ ਰੇਲਾਂ ਰੁਕਣੀਆਂ ਬੰਦ ਹੁੰਦੀਆਂ, ਇੱਥੋਂ ਸਟੇਸ਼ਨ ਚੱਕੇ ਜਾਂਦੇ ਆ
ਤਾਂ ਜਿਹੜੇ ਸਾਡੀ ਛੋਟੀ ਲਕਾਈ ਆ ਮਜ਼ਦੂਰ ਆ ਹੋਰ ਸਾਡੇ ਜਿਹੜੇ ਝੁੱਗੀ ਝੋਪੜੀ ਵਾਲੇ ਵਿਚਾਰੇ ਉਹ ਸਫ਼ਰ ਕਰਦੇ ਆ ਦਿੱਲੀ ਤੱਕ ਜਾਂਦੇ ਆ ਉਹਨਾਂ ਨੂੰ ਥੋੜਾ ਖਰਚਾ ਪੈਂਦਾ ਉਹ ਰੇਲਾਂ ਰਾਹੀਂ ਜਾਂਦੇ ਆ ਤਾਂ ਇਸ ਕਰਕੇ ਸਾਡਾ ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਧਰਨਾ ਲਾਇਆ ਗਿਆ ਕਿ ਇੱਥੇ ਰੇਲਾਂ ਰੋਕੀਆਂ ਜਾਣ। ਮੇਰਾ ਨਾਂ ਜੀ ਬੂਟਾ ਸਿੰਘ ਤੁੰਗ ਵਾਲੀ ਭਾਰਤੀ ਕਿਸਾਨ ਯੂਨੀਅਨ ਟਕਾਉਂਦਾ ਦੇ ਨਥਾਣਾ ਬਲਾਕ ਦੇ ਪ੍ਰਧਾਨ ਹੈ। ਜੋ ਅੱਜ ਅਸੀਂ ਇੱਥੇ ਧਰਨੇ ਤੇ ਪਹੁੰਚੇ ਇੱਥੇ ਇੱਕ ਕਮੇਟੀ ਬਣੀ ਹੈ ਆਪਣੇ ਸ਼ਹਿਰ ਵਾਸੀਆਂ ਵੱਲੋਂ ਤੇ ਸਾਰੇ ਲੋਕਾਂ ਦੇ ਸੰਯੋਗ ਨੂੰ ਜਥੇਬੰਦੀਆਂ ਦੇ ਸੰਯੋਗ ਨੂੰ ਵੀ ਜਿਹੜੀ ਰੇਲ ਗੱਡੀ ਹੈ ਇੱਥੇ ਤੜਕੇ 6:50 ਤੇ ਹਰਿਦੁਆਰ ਜਾਂਦੀ ਹੈ। ਇੱਥੇ ਮਤਲਬ ਪਹਿਲਾਂ ਟ੍ਰੇਨਾਂ ਰੁਕਦੀਆਂ ਹੁੰਦੀਆਂ ਸੀਗੀਆਂ ਤੇ ਇੱਥੇ ਟ੍ਰੇਨ ਕੋਈ ਨਹੀਂ ਹੁਣ ਰੁਕਦੀ। ਇੱਥੇ ਬਹੁਤ ਹੀ ਸਵਾਰੀ ਬਹੁਤ ਪੈਂਦੀ ਹੈ ਪਰ ਇਹ ਜਾਣਬੁੱਝ ਕੇ ਸੈਂਟਰ ਸਰਕਾਰ ਖੱਜਲ ਖਵਾਰ ਕਰ ਰਿਹਾ ਲੋਕਾਂ ਨੂੰ। ਉਹਦੇ ਵਿੱਚ ਲੋਕਾਂ ਨੇ ਉਪਰਾਲਾ ਕਰਿਆ ਵੀ ਇੱਥੇ 5-4 ਮਿੰਟ ਗੱਡੀ ਰੁਕੀ ਜਾਵੇ ਕਿਉਂਕਿ ਪਹਿਲਾਂ ਤੋਂ ਇਹ ਲੰਮੇ ਕਈ ਦਿਨਾਂ ਤੋਂ ਲੈ ਕੇ ਲਗਾਤਾਰ ਇਹਨੇ ਡੀਸੀ ਨੂੰ ਮੰਗ ਪੱਤਰ ਦਿੱਤੇ ਹੋਰ ਰੇਲ ਮਹਿਕਮੇ ਨੂੰ ਮਿਲੇ ਪੂਰਾ। ਇਹ ਜਿਹੜਾ ਅੱਜ ਬੈਠਿਆ ਕੋਈ ਅੱਜ ਇੱਕ ਮਜਬੂਰੀ ਬਸ ਹੋ ਕੇ ਰੇਲਾਂ ਰੋਕਣ ਦਾ ਨੂੰ ਫੈਸਲਾ ਕਰਨਾ ਪਿਆ ਤੇ ਇਸ ਕਰਕੇ ਅਸੀਂ ਵੀ ਇਹ 5-4 ਮਿੰਟ ਇੱਥੇ ਰੇਲਾਂ ਰੋਕਣ ਤੇ ਤਾਂ ਕਰਕੇ ਜੋ ਵੀ ਇੱਥੋਂ ਸਵਾਰੀ ਹੈ ਉਹਨੂੰ ਕੋਈ ਖੱਜਲ ਖਵਾਰੀ ਨਾ ਹੋਵੇ। ਪਰ ਜਿਹੜੀ ਇੱਥੋਂ ਦਾ ਰੇਲਵਾ ਮਹਿਕਮਾ ਹੈ ਜਾਂ ਇੱਥੋਂ ਦੀ ਪੰਜਾਬ ਸੈਂਟਰ ਸਰਕਾਰ ਹੈ ਉਹ ਮਤਲਬ ਇਹ ਸਾਰੇ ਮਹਿਕਮੇ ਨੂੰ ਵਿਕਾਊ ਤੇ ਤੋਲਿਆ ਹੋਇਆ। ਜਿੰਨੇ ਇੱਥੇ ਮੁਲਾਜ਼ਮ ਹੈ ਸਾਰੇ ਘਰਾਂ ਨੂੰ ਰਿਟਾਇਰਮੈਂਟ ਕੇ ਕੀਤੇ ਜਾ ਕਰੇ ਤੋਰੇ ਜਾਂਦੇ ਹੈ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਵੀ ਇੱਥੇ 2-4 ਮਿੰਟ ਗੱਡੀ ਰੁਕੇ ਤੇ ਸਵਾਰੀ ਚੱਕ ਕੇ ਜਾਵੇ। ਜਿੰਨਾ ਚਿਰ ਇੱਥੇ ਗੱਡੀ ਨਾ ਰੁਕੂਗੀ ਸਵਾਰੀ ਨਹੀਂ ਚੱਕੂਗੀ ਉਹਨਾਂ ਚਿਰ ਇਹ ਧਰਨਾ ਜਾਰੀ ਰੱਖੂਗਾ। ਤਾਂ ਕਰਕੇ ਅਸੀਂ ਮਜਬੂਰੀ ਬੱਸ ਸਾਰੇ ਲੋਕਾਂ ਦੇ ਸਹਿਯੋਗ ਦੇ ਨਾਲ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਠੀਕ ਹੈ। ਕਿਸੇ ਨੇ ਸਾਮਰਾਜ ਮੁਰਦਾਬਾਦ ਦਾ ਨਾਰਾ ਨਹੀਂ ਲਾਇਆ ਭਰਾਵੋ। ਜਦੋਂ ਸਾਮਰਾਜ ਮੁਰਦਾਬਾਦ ਹੋਊਗਾ ਉਦੋਂ ਸਾਡਾ ਇਨਕਲਾਬ ਹੋਣਾ ਹੈ। ਜਿੰਨਾ ਚਿਰ ਸਾਮਰਾਜ ਮੁਰਦਾਬਾਦ ਨਹੀਂ ਹੁੰਦਾ ਉਨਾ ਚਿਰ ਸਾਡਾ ਇਨਕਲਾਬ ਨਹੀਂ ਆਉਂਦਾ। ਜੇ ਅਸੀਂ ਇਨਕਲਾਬ ਲੈ ਕੇ ਆਉਣਾ ਹੈ ਫਿਰ ਸਾਨੂੰ ਬਹੁਤ ਸਾਰੀ ਜਿਹੜੀ ਮਾਰ ਹੈ ਸਾਨੂੰ ਝੱਲਣੀ ਪੈਣੀ ਹੈ। ਜੇ ਅਸੀਂ ਇਕੱਠੇ ਹੋਵਾਂਗੇ ਟ੍ਰੇਨ ਦੀ ਇੱਥੇ ਇਕਾਈ ਵਾਸਤੇ ਰੇਲਵੇ ਸਟੇਸ਼ਨ ਤੇ ਬੈਠੇ ਭੁੱਚੋ ਦੇ ਤੇ ਸਾਰੇ ਮਿਹਨਤਕਸ਼ ਵੀਰੋ ਆਪਣੀਆਂ ਕੋਈ ਐਡੀ ਮੰਗ ਨਹੀਂ ਜਿਹੜੀ ਮੰਗ ਸਰਕਾਰ ਮੰਨ ਨਹੀਂ ਨਾ ਸਕਦੀ ਕਿਉਂਕਿ ਇਹ ਸਾਰਿਆਂ ਨੂੰ ਪਤਾ ਹੈ ਵੀ ਜਦੋਂ ਇਹਨੂੰ 2 ਸਾਲ ਪਹਿਲਾਂ ਸਾਨੂੰ ਹਊਆ ਦਿੱਤਾ ਸੀ ਵੀ ਜਿਹੜੀ ਬਿਮਾਰੀ ਆ ਗਈ ਇਹ ਸਾਰੇ ਮੁਲਕ ਨੂੰ ਫੈਲ ਜੂਗੀ ਉਦੋਂ ਟ੍ਰੇਨਾਂ ਬੰਦ ਕਰੀਆਂ ਗਈਆਂ। ਇਸ ਸਟੇਸ਼ਨ ਦੇ ਉੱਤੇ ਕੁੱਲ ਟ੍ਰੇਨ ਰੁਕਦੀ ਸੀ ਕੋਈ ਮੇਲ ਹੈ ਕੋਈ ਪੈਸੇਂਜਰ ਨੇ ਰੁਕਣਾ ਸੀ। ਮੇਲਾਂ ਸਾਰੀਆਂ ਰੋਕੇ ਜਾਂਦੀਆਂ ਸੀ। ਦਿੱਲੀ ਵਾਲੀ ਹਰਿਦੁਆਰ ਵਾਲੀ ਜਿਹੜੀ ਗੰਗਾ ਨਗਰ ਹੈ ਅਮਾਲਾ ਇਹ ਸਾਰੀਆਂ ਰੁਕਦੀਆਂ ਸੀਗੀਆਂ। ਜਿਹੜੀ ਕਾਲਕਾ ਉਹ ਵੀ ਰੁਕਦੀ ਸੀ। ਕੁੱਲ ਸਟੇਸ਼ਨ ਦੇ ਇਸ ਦੇ ਉੱਤੇ ਗੱਡੀਆਂ ਰੋਕ ਕੇ ਜਾਂਦੀਆਂ ਸੀ। ਉਸ ਤੋਂ ਬਾਅਦ ਟ੍ਰੇਨਾਂ ਚੱਲ ਵੀ ਪਈਆਂ ਪਰ ਟ੍ਰੇਨਾਂ ਚੱਲੀਆਂ ਦੂਜੇ ਸ਼ਹਿਰਾਂ 'ਚ ਰੋਕਣ ਲੱਗੇ ਇਹ ਸ਼ਹਿਰ ਕੱਲਾ ਕੱਟ ਤੇ ਇੱਕ ਪਾਸੇ ਦੁਹਾਈ ਪਾ ਰਹੀ ਹੈ ਸਰਕਾਰ ਵੀ। ਦੇਖੋ ਲੋਕਾਂ ਦਾ ਨੁਕਸਾਨ ਹੋਇਆ ਲੋਕ ਤੰਗ ਹੋਏ ਲੋਕਾਂ ਨੂੰ ਤਕਲੀਫਾਂ ਆਈਆਂ ਸਰਕਾਰ ਇਹਨਾਂ ਦੇ ਨਾਲ। ਪਰ ਜੇ ਸਰਕਾਰ ਨਾਲ ਹੈ ਫਿਰ ਜੇ ਸਾਰੇ ਸਟੇਸ਼ਨਾਂ ਤੇ ਟ੍ਰੇਨਾਂ ਰੁਕਦੀਆਂ ਤੰਬੇ ਰੁਕਦੀ ਹੈ ਧੂਰੀ ਰੁਕਦੀ ਹੈ ਬਠਿੰਡੇ ਰੁਕਦੀ ਹੈ ਰਾਮਪੁਰੇ ਰੁਕਦੀ ਹੈ ਬਰਨਾਲੇ ਰੁਕਦੀ ਹੈ ਫਿਰ ਪੁੱਛੋ ਵਾਸਤੇ ਕੀ ਕੋਈ ਨਵਾਂ ਕਾਨੂੰਨ ਬਣ ਗਿਆ ਕੋਈ ਨਵਾਂ ਅਸੂਲ ਬਣ ਗਿਆ ਵੀ ਪੁੱਛੋ ਨਹੀਂ ਟ੍ਰੇਨਾਂ ਰੁਕੀਆਂ ਜਦੋਂ 2 ਸਾਲ ਹੋ ਗਏ ਜਿਹੜੀ ਇਸ ਸਟੇਸ਼ਨ ਦੇ ਉੱਤੇ ਕੋਈ ਟ੍ਰੇਨ ਨਹੀਂ ਰੁਕੀ ਕੱਲੀ ਪੈਸੇਂਜਰ ਇੱਕ ਰੁਕ ਰਹੀ ਹੈ ਜਿਹੜੀ ਧੂਰੀ ਸ਼ਾਇਦ ਗੰਗਾ ਰਾਜ ਉਹ ਕੱਲੀ ਟ੍ਰੇਨ ਰੁਕਦੀ ਹੈ ਪੈਸੇਂਜਰ ਬਾਕੀ ਟ੍ਰੇਨਾਂ ਬੰਦ। ਇਹ ਨਵੀਂ ਮੰਗ ਨਹੀਂ ਸਿਰਫ 2 ਮਿੰਟ ਦਾ ਸਟਾਪ ਹਰ ਇੱਕ ਮੇਲ ਦਾ ਸਵਾਰੀ ਚੜ ਜਾਣੀ ਉਤਰ ਜਾਣੀ ਹੈ ਤੇ ਤੁਰ ਜਾਣਾ ਟ੍ਰੇਨ। ਪਤਾ ਨਹੀਂ ਕਿ ਸਰਕਾਰ ਦੇ ਦਿਮਾਗ 'ਚ ਆ ਗਈ ਗੱਲ ਕੀ ਹੈ। ਪ੍ਰਸ਼ਾਸਨ ਜਿਹੜਾ ਰੇਲਵਾ ਪ੍ਰਸ਼ਾਸਨ ਹੈ ਵੀ ਉਹ ਗੱਡੀਆਂ ਰੋਕਣੀਆਂ ਨਹੀਂ ਚਾਹੁੰਦਾ ਕੀ ਇਸ ਇਲਾਕੇ ਨੂੰ ਦੁਖੀ ਕਰਨਾ ਚਾਹੁੰਦਾ ਕੀ ਇਸ ਇਲਾਕੇ ਦੀਆਂ ਸਵਾਰੀਆਂ ਤੋਂ ਪੈਸੇ ਨਹੀਂ ਕਰਾਉਣੇ ਚਾਹੁੰਦਾ। ਕਿੰਨੇ ਵਾਰੀ ਲਿਖਤੀ ਦੇਤਾ ਕਿੰਨੇ ਵਾਰੀ ਮਿਲਣੇ ਪ੍ਰਸ਼ਾਸਨ ਨੂੰ ਮੰਤਰੀਆਂ ਤੱਕ ਚਿੱਠੀਆਂ ਕਰਤੀਆਂ ਪਰ ਐਡੀ ਨਿਖੇਧ ਸਰਕਾਰ ਲੋਕਾਂ ਨੂੰ ਸਟੇਸ਼ਨ ਤੇ ਬਹਾਤਾ ਧਰਨੇ ਦੇ ਰੂਪ ਚ ਬਹਾਤਾ ਜਿਹੜੇ ਸ਼ਹਿਰੀ ਲੋਕ ਬੈਠਣਾ ਨਹੀਂ ਚਾਹੁੰਦੇ ਸੀ। ਟ੍ਰੇਨਾਂ ਬੰਦ ਕਰਵਾ ਦਿੱਤੀਆਂ। ਇੱਥੋਂ ਦਾ ਜਿਹੜਾ ਇੰਚਾਰਜ ਹੈਗਾ
ਨਹੀਂ ਸਰਕਾਰ ਤੱਕ ਪਹੁੰਚਾ ਸਕਿਆ, ਜਿਹੜੀ ਟ੍ਰੇਨ ਪਹਿਲਾਂ ਰੁਕਦੀ ਉਹਨੂੰ ਰੁਕਾ ਨਹੀਂ ਸਕਿਆ, ਫਿਰ ਉਹ ਅਫਸਰ ਰਹਿਣ ਦੇ ਲਾਇਕ ਨਹੀਂ, ਉਹਨੂੰ ਉਹਦੇ ਤੇ ਕਾਨੂੰਨੀ ਕਾਰਵਾਈ ਹੋ ਕੇ ਉਹਨੂੰ ਜੇਲ੍ਹ ਭੇਜਣਾ ਚਾਹੀਦਾ। ਆ ਜਿਹੜਾ ਧਰਨਾ ਲਗਾਇਆ ਉਹਦੀ ਕਰਤੂਤ ਦੀ ਵਜ੍ਹਾ ਨਾਲ, ਕਿਉਂਕਿ ਅਸੀਂ ਉਹ ਨਹੀਂ ਕਹਿੰਦੇ ਹੁੰਦੇ ਪਹਿਲਾਂ ਸਾਰੇ ਇਹਨਾਂ ਨੇ ਜੋ ਚਿੱਠੀਆਂ ਜੋ ਮਿਲਣਾ ਜੋ ਕੁਛ ਕਰਨਾ ਉਹ ਕਰਿਆ। ਜੇ ਇਹ ਗੱਲਾਂ ਸਾਰੀਆਂ ਨੇ ਸਰਕਾਰ ਤੱਕ ਨਹੀਂ ਪਹੁੰਚਾ ਸਕਿਆ, ਫਿਰ ਉਹ ਅਫਸਰ ਨਹੀਂਗਾ, ਉਹ ਨਿਕੰਮਾ ਬੰਦਾ ਛੋਲੇ ਦੇ ਕੇ ਪਾਸ ਹੋਇਆ, ਉਹ ਗੱਲ ਸਮਝਦੇ ਰੋਜ਼ ਨਹੀਂ ਰਿਹਾ। ਕਿਉਂਕਿ ਇੱਥੇ 4 ਟੈਲੀਏਜੰਸੀਆਂ ਪੰਜਾਬ ਦੇ ਵਿੱਚ 4 ਭਾਰਤ ਦੇ ਵਿੱਚ ਜਿਹੜੀਆਂ ਅਸੀਂ ਤਾਂ CID ਵਾਲਿਆਂ ਨੂੰ ਚੁਗਲਖੋਰ ਕਹਿੰਦੇ ਨੇ, ਚੁਗਲਖੋਰ 4 ਏਜੰਸੀਆਂ, ਕਿਉਂਕਿ ਸਾਡੀਆਂ ਕਾਮਾਂ ਪੈਣਾ ਸਾਡੇ ਵੀਰ ਬਿਨਾਂ ਪੈਸੇ ਦੀ ਚੁਗਲੀ ਕਰਦੇ ਹੁੰਦੇ ਨੇ। ਇਹਨਾਂ ਨੂੰ 70-70 ਹਜ਼ਾਰ ਰੁਪਇਆ ਦਿੰਦੇ CID ਵਾਲਿਆਂ ਨੂੰ, ਨਾਮ ਬਦਲਿਆ ਹੋਇਆ CID, ਉਹ ਚੁਗਲਖੋਰ ਹੁੰਦੇ ਨੇ, ਉਹਨਾਂ ਨੇ ਸਾਰੀ ਚੁਗਲੀ ਪਹੁੰਚਾਉਣੀ ਹੁੰਦੀ ਆ। ਹੁਣ ਵੀ ਸਾਡੇ ਵੀਰੋਂ ਖੜੇ ਹੁੰਦੇ ਨੇ ਜਾਏ, ਇਹਨਾਂ ਨੇ ਚੁਗਲੀ ਨਹੀਂ ਪਹੁੰਚਾਈ ਉਹਨਾਂ ਤੱਕ, ਜਿਆਦਾ ਇਹਨਾਂ ਦੀ ਨਲਾਇਕੀ ਹੈ ਜਾਂ ਸਰਕਾਰ ਦੀ ਨਲਾਇਕੀ ਆ, ਜਿਹੜੇ ਲੋਕ ਦੁਖੀ ਕਰੇ ਆ, ਇਹਨਾਂ ਦੁਖੀ ਹਰਾਂ ਦਾ ਖਮਾਜਾ ਕੌਣ ਭੁਗਤੂਗਾ? ਜੋ ਟ੍ਰੇਨ ਬੰਦ ਖੜੀ ਹੈ ਜਿਹੜੀ ਅਮਾਲੇ ਤੋਂ ਆ ਰਹੀ ਸਰਕਾਰ, ਉਹਦੇ ਵਿੱਚ ਕਿੰਨੇ ਮਰੀਜ਼ ਹੋਣਗੇ, ਕਿੰਨਾ ਕੁਛ ਹੋਊਗਾ। ਜੇ ਇਹ ਨਵੀਂ ਗੱਲ ਹੈ, ਨਵਾਂ ਸਟੇਸ਼ਨ ਲੱਗਦੇ ਹੋਣ ਲੋਕ, ਨਵੀਂ ਕੋਈ ਸਟੋਰ ਲੱਗਦੇ ਹੋਣ, ਠੀਕ ਹੈ ਨਾ ਦੇਣ, ਕੰਮ ਸਰਕਾਰਾਂ ਦਾ ਹੱਕ ਹੈ, ਪਰ ਇਹ ਤਾਂ ਪਹਿਲਾਂ ਤੁਸੀਂ ਬੰਦ ਕਿਉਂ ਕਰਿਆ ਗਿਆ? ਕੀ ਗੱਲ ਇੱਥੋਂ ਲੋਕ ਚੜ੍ਹਦੇ ਹਟ ਗਏ ਸੀ? ਨਹੀਂ ਭਰਾਵੋ, ਇੱਥੋਂ ਦੀਆਂ ਸਰਕਾਰਾਂ ਜਿਹਨੂੰ ਤੁਸੀਂ ਵੋਟਾਂ ਪਾ ਕੇ ਭੇਜ ਦਿੰਦੇ ਹੋ, ਜਿਹੜਾ ਨੂੰ ਕਹਿੰਦੇ ਹੋ ਵੀ ਆ ਸਾਡੇ ਇਲਾਕੇ ਦਾ ਨੁਮਾਇੰਦਾ, ਸਾਡਾ MP ਹੈ, ਸਾਡਾ ਹੈ, ਇਹ ਉਹਨਾਂ ਦੀ ਕਰਤੂਤ ਹੈ ਭਰਾਵੋ। ਇਹਨਾਂ ਅਫਸਰਾਂ ਵੱਡਿਆਂ ਦਾ ਵੀ ਲੋਕਾਂ ਨੂੰ ਦੁਖੀ ਹੋਈ ਜਾਂਦੇ, ਉਹਨਾਂ ਦੀ ਸੁਣੋ ਨਾ। ਉਹਨੇ ਗੱਲਾਂ ਹੈ, ਕਿਸੇ MLA ਨਾਲ ਬੈਠ ਕੇ, ਕਿਸੇ ਮੰਤਰੀ ਨਾਲ ਬੈਠ ਕੇ, ਕਿਸੇ ਮੁੱਖ ਮੰਤਰੀ ਨਾਲ ਬੈਠ ਕੇ ਕਰਤੂਤਾਂ ਅੰਦਰ ਉਹਨਾਂ ਦੀ ਨਿਕਲਦੀਆਂ, ਕਹਿੰਦੇ ਲੋਕ ਤਾਂ ਮੰਗੀ ਜਾਂਦੇ ਹੁੰਦੇ ਵੀ ਲੋਕ ਮੰਗੀ ਜਾਂਦੇ। ਤੁਸੀਂ ਉਦੋਂ ਮਹੀਨਾ ਧੂੜ ਫੱਕਦੇ ਲੋਕਾਂ ਦੇ ਪੈਰੀਂ ਹੱਥ ਲਾਉਂਦੇ ਫਿਰਦੇ ਸੀ, ਉਹੀ ਲੋਕ ਮੰਗਦੇ ਆ, ਉਹੀ ਲੋਕ ਕਹਿੰਦੇ ਨੇ ਵੀ ਆ ਸਾਨੂੰ ਸਹੂਲਤ ਚਾਹੀਦੀ ਹੈ। ਉਦੋਂ ਦਫ਼ਤਰ ਖੋਲਦੇ ਹੋ, ਉਦੋਂ ਹਰੇਕ ਸ਼ਹਿਰ ਦੇ ਵਿੱਚ ਫੁੱਟਬਾਲ ਆਈ ਬੈਠੇ, ਇੱਥੇ ਆ ਕੇ ਮਿਲੋ, ਤੇ ਹੁਣ ਉਹੀ ਲੋਕ ਆਹ ਕਹਿੰਦੇ ਵੀ ਸਾਡੇ ਟ੍ਰੇਨ ਨਹੀਂ ਰੁਕਦੀ, ਕਿਉਂ ਨਹੀਂ ਉਹਦੀ ਉਹਨਾਂ ਦੀ ਸਾਰ ਲਈ ਜਾ ਸਕਦੀ। ਅੱਜ ਹੀ ਮੀਟਿੰਗਾਂ ਕਿਉਂ? ਅੱਜ ਕਹਿੰਦੇ ਆਓ ਸਾਰੇ ਇੱਥੇ ਖੜੇ ਸੀਗੇ ਵੀ ਮੀਟਿੰਗ ਕਰ ਲਓ, ਪਤਾ ਵੀ ਨਹੀਂ ਆ 7 ਵਾਲੀ ਗੱਡੀ ਲੰਘੀ, ਇਹ ਤੋਂ ਬਾਅਦ ਗੱਡੀ ਖਾਸਾ ਟਾਈਮ ਨਹੀਂ ਆਉਂਦੀ, ਸਾਰਾ ਦਿਨ ਵਿਹਲੀ ਰਹਿੰਦੀ ਆ ਵੀ ਕਿਹੜਾ ਲਗਾ ਦਿਓ, ਕਿਉਂਕਿ ਇਹ ਮਜਬੂਰੀ ਦੇ ਕਾਰਨ ਬੈਠਣਾ ਪੈ ਗਿਆ ਇਹਨਾਂ ਨੂੰ। ਪਰ ਮਜਬੂਰੀ ਬਣਾਈ ਕਿਹੜੀ ਹੈ, ਕਿਹਨੇ ਹੈ? ਜਿਹੜੇ ਇੱਥੋਂ ਦੇ ਰਾਜ ਕਰਨ ਵਾਲੇ ਤੇ ਇੱਥੋਂ ਦੇ ਵੱਡੀ ਅਫਸਰਸ਼ਾਹੀ। ਕਿਉਂਕਿ ਭਰਾਵੋ ਇਹ ਗੱਲਾਂ ਹੀ ਹੋਰ ਪਾਸੇ ਜਾ ਰਹੀਆਂ, ਸਾਨੂੰ ਵਿਹਲੇ ਕਰਨਾ, ਸਾਨੂੰ ਦੁਖੀ ਕਰਨਾ, ਇਹਨਾਂ ਦਾ ਕੰਮ ਹੈ ਇੱਥੋਂ ਦੇ ਦੇਸ਼ ਦੇ ਹਾਕਮਾਂ ਦਾ। ਜਦੋਂ ਅਸੀਂ ਆ ਗੱਲਾਂ ਕਰਦੇ ਬਹੁਤ ਸਾਰੇ ਨੂੰ ਸਮਝ ਨਹੀਂ ਸੀ ਆਉਂਦੀਆਂ ਵੀ ਕਿਸਾਨ ਜੀ ਨੇ ਚੱਕਿਆ ਸੜਕ ਰੋਕਦੀ, ਚੱਕਿਆ ਗੱਡੀ ਦੀ ਲਾਈਨ ਰੋਕਦੀ, ਆ ਦੁਖੀ ਕਰੇ ਹੋਏ ਹੁੰਦੇ ਸੀ, ਕੋਈ ਨਹੀਂ ਸੜਕ ਤੇ ਧੁੱਪੇ ਅਗਲਾ ਬਹਿ ਜਾਂਦਾ। ਅੱਜ ਵੀ ਪਥਰਾਲੇ ਦੇ ਵਿੱਚ ਸੜਕ ਰੋਕੀ ਜਾ ਰਹੀ ਹੈਗੀ ਭਾਰਤੀ ਕਿਸਾਨ ਯੂਨੀਅਨ ਏਕਤਾ ਰਾਹਾਂ ਵੱਲੋਂ, ਜਿਹੜੀ ਦੱਬ ਵਾਲੀ ਰੋਡ ਹੈ, ਕਿਉਂਕਿ ਇੱਥੇ ਵੱਡੀ ਸੜਕ ਆ ਰਹੀ ਹੈ ਜਿਹੜੀ ਉਹ 3 ਕਿਲੋਮੀਟਰ ਚੌੜੀ ਆਉਂਦੀ ਆ। ਬਹੁਤ ਸਾਰਿਆਂ ਨੂੰ ਲੱਗਦਾ ਵੀ ਉਹ ਤਾਂ ਛੋਟੀ ਜਿਹੀ ਹੈ ਸੜਕ, ਉਹ 9-10 ਫੁੱਟ ਉੱਚੀ ਹੋਣੀ ਹੈ, ਤੁਹਾਨੂੰ ਕਿਸੇ ਨੂੰ ਚੜ੍ਹ ਨਹੀਂ ਦੇਣਾ, ਪਰ ਉਹਦੀ ਕੀਮਤ ਪਾਈ ਹੈ 20 ਲੱਖ ਰੁਪਇਆ, 24 ਲੱਖ ਰੁਪਇਆ, 23 ਲੱਖ ਰੁਪਏ ਦੀ ਜ਼ਮੀਨ ਖਰੀਦਣੀ ਹੈ। ਲੋਕ ਕਹਿੰਦੇ ਵੀ ਇਹਦੀ ਜ਼ਮੀਨ ਦਾ ਮੁੱਦਾ ਦੇ ਦਿਓ, ਸੜਕ ਦਾ ਲੈ ਲਿਓ, ਬਣਾਉਣੀ ਹੈ। ਉਹ ਸਾਲ ਭਰ ਹੋ ਗਿਆ ਧਰਨਾ ਲੱਗੇ ਨੂੰ, ਪਰ ਸੁਣ ਨਹੀਂ ਰਹੀ ਇੱਥੋਂ ਦੀ ਸਰਕਾਰ। ਉਹ ਅੱਜ ਸੜਕ ਜਾਮ ਹੋਣਾ ਹੈਗਾ, ਜਿਹੜਾ ਹਾਈਵੇ ਹੈਗਾ ਬਠਿੰਡਾ ਦੱਬ ਵਾਲੀ, ਇਹਨਾਂ ਦੀ ਕਰਤੂਤ ਨਹੀਂ ਹੈ।
ਜਿਹੜੀਆਂ ਸਰਕਾਰਾਂ ਕਹਿੰਦੀਆਂ ਵੀ ਬਣਦੀਆਂ ਹੀ ਸੀ, ਇਸ ਕਰਕੇ ਵੀ ਬੋਲ ਕੇ ਗਿਆ ਬੁਲਾਰਾ ਵੀ ਮਿੰਟ ਤੇ ਗੌਰ ਕਰਨੀ, ਸਹੀ ਕਾਰਵਾਈ ਕਰਨੀ ਸਰਕਾਰ ਨੇ। ਪਰ ਲੋਕਾਂ ਦੀ ਜ਼ਮੀਨ ਜਾ ਰਹੀ ਹੈ, ਲੋਕਾਂ ਨੂੰ ਧਰਨਾ ਦੇਣਾ ਪਿਆ, ਉਹ ਲੋਕ ਕਿੰਨੇ ਔਖੇ ਹੋਣਗੇ ਉਹਦਾ ਕੋਈ ਮਤਲਬ ਨਹੀਂ। ਆਪੇ ਕੋਠੀਆਂ 'ਚ ਬੈਠੇ ਨੇ। ਅੱਜ ਜਿਹੜੀ ਨਵੀਂ ਸਰਕਾਰ ਆਈ ਹੈ ਉਹਦਾ ਵੀ ਕਹਿੰਦੇ ਐਮਐਲਏ ਇੱਥੇ ਫਿਰਦਾ ਹੈਗਾ। ਇਸ ਕਰਕੇ ਇੱਥੋਂ ਦੀ ਕਿਸੇ ਸਰਕਾਰ ਨੂੰ ਸੱਤਾ 'ਚ ਲਿਆਓ, ਭਾਵੇਂ ਸੈਂਟਰ 'ਚ ਲਿਆਓ, ਭਾਵੇਂ ਪੰਜਾਬ 'ਚ ਲਿਆਓ, ਪਰ ਤੁਹਾਡਾ ਆਹੀ ਹਾਲ ਹੈ। ਤੇ ਕਿਸੇ ਨੇ ਸਾਮਰਾਜ ਮੁਰਦਾਬਾਦ ਦਾ ਨਾਰਾ ਨਹੀਂ ਲਾਇਆ ਭਰਾਵੋ। ਜਦੋਂ ਸਾਮਰਾਜ ਮੁਰਦਾਬਾਦ ਹੋਊਗਾ ਉਦੋਂ ਸਾਡਾ ਇਨਕਲਾਬ ਹੋਣਾ ਹੈ। ਜਿੰਨਾ ਚਿਰ ਸਾਮਰਾਜ ਮੁਰਦਾਬਾਦ ਨਹੀਂ ਹੁੰਦਾ ਉਨਾ ਚਿਰ ਸਾਡਾ ਇਨਕਲਾਬ ਨਹੀਂ ਹੁੰਦਾ। ਜੇ ਅਸੀਂ ਇਨਕਲਾਬ ਲੈ ਕੇ ਆਉਣਾ ਹੈ ਫਿਰ ਸਾਨੂੰ ਬਹੁਤ ਸਾਰੀ ਜਿਹੜੀ ਮਾਰ ਹੈ ਸਾਨੂੰ ਝੱਲਣੀ ਪੈਣੀ ਹੈ। ਜੇ ਅਸੀਂ ਇਕੱਠੇ ਹੋਵਾਂਗੇ ਆਪ ਜੀ ਦੀ ਕਮੇਟੀ ਨੇ ਮੇਰੇ ਨਾਲ ਬੈਠ ਕੇ ਗੱਲ ਕੀਤੀ ਹੈ। ਕਮੇਟੀ ਨੂੰ ਡੀਆਰਐਮ ਅੰਬਾਲਾ ਸਾਹਿਬ ਨੇ ਮੰਗਲਵਾਰ ਸਵੇਰੇ 11 ਵਜੇ ਆਪਣੇ ਆਫਿਸ 'ਚ ਬੁਲਾਇਆ ਹੈ। ਜਿਹੜੀਆਂ ਵੀ ਵਾਜਿਬ ਡਿਮਾਂਡ ਨੇ ਉਹ ਡਿਮਾਂਡ ਤੇ ਉੱਥੇ ਚਰਚਾ ਕੀਤੀ ਜਾਊਗੀ। ਤੁਹਾਡੇ ਜਿਹੜੇ ਇੱਥੋਂ ਦੇ ਲੋਕਲ ਲੀਡਰ ਸਾਹਿਬਾਨ ਨੇ ਉਹ ਉੱਥੇ ਜਾਣਗੇ। ਉਹਨਾਂ ਦੀ ਅਪਾਇੰਟਮੈਂਟ ਉੱਥੇ ਕਰਾਤੀ ਹੈ। ਮੰਗਲਵਾਰ ਪਰਸੋਂ ਦਾ ਦਿਨ ਹੀ ਹੈ। ਅੱਜ 10 ਤਰੀਕ ਹੈ, 12 ਤਰੀਕ ਤੇ 12 ਤਰੀਕ ਨੂੰ ਸਵੇਰੇ 11 ਵਜੇ ਡੀਆਰਐਮ ਸਾਹਿਬ ਨਾਲ ਮੀਟਿੰਗ ਹੋਣ ਦੇ ਬਾਅਦ ਜੋ ਵੀ ਫੈਸਲਾ ਸਾਹਮਣੇ ਆਊਗਾ ਤੁਹਾਡੀ ਕਮੇਟੀ ਤੁਹਾਨੂੰ ਦੱਸੂਗੀ। ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਤੁਹਾਡੀਆਂ ਵਾਜਿਬ ਡਿਮਾਂਡਾਂ ਨੇ ਉਹ ਪੂਰੀਆਂ ਹੋਣ। ਧੰਨਵਾਦ। इधर आइए, हेलो आइए ना पढ़ के इधर ले और दाल दाल भाई दाल 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 भाई दाल दाल भी प्रसादी पवा लो, प्रसादी पवा लो, पाओ 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 दाल रखा